पाप करके पिछों पछताउण वाले बड़ा कुछ ने पहला गवा बहिंदे। पिछों की फायदा पछतावने दा, दाग मथे ते पहला जो ला बहिंदे। सोच सोच के अमर स्या पैर धरिए, तिलक गया संभालना बड़ा औखा। गल्लां करनियां बहुत ही सौखियां ने, बोल सिर नाल पालना बड़ा औखा। तू आरे दे थल्ले बई के जद सी जप जी पढ़िया, तेरा सिदक डला नहीं सकिया, देख दा पानी कड़िया। अपने लाल लुटा के रोंदे जग दे पुत हसावे, तेरी करनी नू सरदारा सब जग सीस झुकावे। तू आरे दे थल्ले बई के जद सी जप जी पढ़िया, तेरा सिदक डला नहीं सकिया, देख दा पानी कड़िया। अपने लाल लुटा के रोंदे जग दे पुत हसावे, तेरी करनी नू सरदारा सब जग सीस झुकावे। तेरे बाबे बंदा सिंह ने, तेरे बाबे बंदा सिंह ने कर इंसाफ दिखाया, धरती धन जाबर तो खो के माड़िया ताई दवाया। लोग हितां दी खातर दूल्हा, लोग हितां दी खातर दूल्हा, सिर ते कष्ट उठावे, तेरी करनी नू सरदारा सब जग सीस झुकावे। तेरे वांगर हस के मरना नहीं किसे नू आंदा, धरती तो अंबर तक तेरा किते नहीं बदल थियाउंदा। हत्थां तो हड्डियां दा चोगा केड़ा होर चगावे, तेरी करनी नू सरदारा सब जग सीस झुकावे। सब जग वेखे होए तेरे ते तगड़े कल्लू कारे, धरती दा रंग सूहा कीता लहू मेज दे गारे। अहमद शाह बदली तैथों, अहमद शाह बदली तैथों, भज के जान बचावे, तेरी करनी नू सरदारा सब जग सीस झुकावे। दिल्ली तो लै खैबर तीकर चुलिया झंडा तेरा, जाबर दे लहू अंदर नाता तिखा खंडा तेरा। नाम तेरा ले दुश्मन अज तक बच्चे चुप करावे, तेरी करनी नू सरदारा सब जग सीस झुकावे। तू फांसी नू हासी कीती, तू फांसी नू हासी कीती, पींग बना के झूठी लोकां लई जो मौत दसिंदी, तेरी जीवन भूटी। तेरे दर ते मौत निमाणी, तेरे दर ते मौत निमाणी, मंगती बन के आवे, तेरी करनी नू सरदारा सब जग सीस झुकावे। तेरा जग विच पहला बाबा सीस तली धर लड़िया, 18 शेर दा खंडा वाउंदा हर मंदिर जा वड़िया। धन गुरु रामदास दे दर ते सिर दी भेंट चढ़ावे,
करनी नू सरदारा सब जग सीस झुकावे। ओ शेर दा कम नहीं डर के बहना, शेर दा कम नहीं डर के बहना, सिंह सोई जो गजे कूकर शूकर डर डर कंबे जिंद लकाउण लई भजे। ओ चढ़त तेरी दे सके बैंका, चढ़त तेरी दे सके बैंका, ताइयों लिख लिख गावे तेरी करनी नू सरदारा सब जग सीस झुकावे। ਸਨਮਾਨਯੋਗ ਸਤਿਕਾਰਯੋਗ ਗੁਰੂ ਦੇ ਪਿਆਰ ਵਾਲਿਓ ਸਤ ਸੰਗੀ ਜਨੋ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਖੋ ਵਾਲੀਏ ਕੁਲ ਆਲਮ ਵਾਲੀਏ ਦੋ ਜਹਾਨ, ਵਿਸ਼ਵ ਦੀ ਇਕਲੌਤੀ ਆਸ ਸ਼ਬਦ ਗੁਰੂ ਧੰਨ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਖਿਦਮਤੇ ਗੋਦ ਅੰਦਰ ਸਬਾਇਮਾਨ ਹੋ ਕੇ ਬਿਰਾਜਮਾਨ ਹੋ ਕੇ ਮਹਾਨ ਸਾਧੂ ਸਹਿੰਸਿਆਂ ਨੂੰ ਤਿਆਗ ਕੇ ਤਤ ਦੀ ਪਛਾਣ ਕਰਨ ਵਾਲੇ ਸੰਤ ਬਾਬਾ ਕੇਸਰ ਸਿੰਘ ਸਾਹਿਬ ਜੀ ਤਿੰਨਾਂ ਦੀ ਯਾਦ ਅੰਦਰ 35ਵਾਂ ਸਾਲਾਨਾ ਗੁਰਮਤਿ ਸਮਾਗਮ ਸਮੂਹੀ ਇਲਾਕੇ ਦੀ ਨਗਰ ਦੀ ਸਿੱਖ ਸੰਗਤ ਬੜੀ ਭਾਵਨਾ ਦੇ ਨਾਲ, ਬੜੀ ਚੜ੍ਹਦੀ ਕਲਾ ਦੇ ਨਾਲ, ਬੜੀ ਆਸਥਾ ਦੇ ਨਾਲ, ਬੜੀ ਮੁਹੱਬਤ ਦੇ ਨਾਲ ਆਪ ਜੀ ਮਨਾ ਰਹੇ ਹੋ। ਮੇਰੇ ਤੋਂ ਪਹਿਲਾਂ ਕੌਮ ਦੇ ਮਹਾਨ ਵਿਦਵਾਨਾਂ ਨੇ, ਵਿਚਾਰਵਾਨਾਂ ਨੇ ਆਪਣੇ ਵਕਤ ਵਿੱਚ ਰਹਿ ਕੇ, ਸਮੇਂ ਵਿੱਚ ਰਹਿ ਕੇ ਗੁਰੂ ਘਰ ਦੀਆਂ ਬਾਤਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ। ਆਓ ਗਿਣਤੀ ਮਿਣਤੀ ਦਾ ਹੀ ਸਮਾਂ ਹੈ, ਸਾਰੀ ਹੀ ਸੰਗਤ ਬੜੀ ਮੁਹੱਬਤ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦੇ ਪਾਤਰ ਬਣਦੇ ਹੋਏ, ਫਤਿਹ ਦੇ ਸਿਮਰਨ ਦੇ ਨਾਲ ਜੁੜਦੇ ਹੋਏ ਆਖੋ ਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਾਡੀਆਂ ਦੇ ਪਿਤਾਮਾ ਬਾਪੂ ਸੋਹਣ ਸਿੰਘ ਸੀਤਲ ਸਾਹਿਬ ਬੜਾ ਸੋਹਣਾ ਲਿਖਦੇ ਹੈ। ਉਹ ਕਹਿੰਦੇ ਆਉਣਾ ਸਫਲ ਜਹਾਨ ਵਿੱਚ ਉਹਨਾਂ ਦਾ ਸੀਤਲਾ, ਜਿਹੜੇ ਤੁਰਦੇ ਆਪਣਾ ਜਨਮ ਸਵਾਰ, ਉਹਨਾਂ ਉੱਤੇ ਹੁੰਦਾ ਮਾਣ, ਕੌਮ ਤੇ ਦੇਸ਼ ਨੂੰ ਵਤਨ ਖਾਤਰ ਜਿਉਂਦੇ ਦਿਲ ਵਿੱਚ ਮਰਨਾ ਤਾਰ। ਇਹ ਕਿਉਂ ਪੂਜੇ ਜਾਂਦੇ ਆ? ਜਿਹੜੇ ਕਿਸੇ ਦੀ ਖਾਤਰ ਕੁਰਬਾਨੀ ਕਰਦੇ ਆ। ਤੇ ਇੱਕ ਉਹਨਾਂ ਦੀਆਂ ਬਾਰਗਾਹਾਂ ਤੇ ਮੇਲੇ ਲੱਗਦੇ ਆ ਜਿਹੜੇ ਬੰਦਗੀ ਕਰਦੇ ਆ। ਸੰਸਾਰ ਵਿੱਚ ਆ ਕੇ ਬੰਦਾ ਦੋ ਤਰ੍ਹਾਂ ਦੇ ਕਰਮ ਕਰਿਆ ਕਰਦਾ ਹੈ, ਇੱਕ ਹੈ ਬਦੀ, ਇੱਕ ਹੈ ਬੰਦਗੀ। ਬਦੀ ਤੇ ਬੰਦਗੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬਦੀ ਕਮਾਉਣ ਵਾਲੇ ਦੀ ਉਮਰ ਭਾਵੇਂ 1000 ਸਾਲ ਹੋ ਜਾਵੇ, ਸੰਸਾਰ ਦੇ ਲੋਕ ਮਾਣ ਨਹੀਂ ਦਿੰਦੇ, ਸੰਸਾਰ ਦੇ ਲੋਕ ਸਤਿਕਾਰ ਨਹੀਂ ਦਿੰਦੇ। ਪਰ ਬੰਦਗੀ ਕਮਾਉਣ ਵਾਲਿਆਂ ਦੀ ਉਮਰ ਕੁਝ ਦਿਨ ਹੋਵੇ, ਕੁਝ ਘੜੀ ਹੋਵੇ, ਕੁਝ ਪਲ ਹੋਵੇ, ਸੰਸਾਰ ਦੇ ਲੋਕ ਸਦਾ ਹੀ ਉਹਨਾਂ ਦਾ ਜਸ ਕਰਿਆ ਕਰਦੇ ਨੇ। ਜਿਹੜੇ ਨੇਕੀ ਧਰਮ ਦੀ ਖਾਤਰ ਕੁਝ ਕਰ ਜਾਂਦੇ ਆ, ਸੰਸਾਰ ਅੰਦਰ ਸਦਾ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਨੇਕ ਅਮਲ ਇਨਸਾਨ ਨੂੰ ਪਾਰ ਕਰਦੇ, ਬਦੀਆਂ ਕਰਨ ਤੇ ਲਾਹਣਤਾਂ ਪੈਂਦੀਆਂ ਨੇ। ਚਿੱਟੇ ਕੱਪੜੇ ਦੇ ਜਿੱਥੇ ਦਾਗ ਲੱਗ ਜੇ ਉੱਥੇ ਉੱਡ ਕੇ ਮੱਖੀਆਂ ਬਹਿੰਦੀਆਂ ਨੇ। ਭਲਿਆਂ ਪੁਰਖਾਂ ਦਾ ਗਾਉਂਦੀ ਹੈ ਜਸ ਦੁਨੀਆ, ਫਟਕਾਰਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ। ਸੱਚੇ ਆਦਮੀ ਦਾ ਸਦਾ ਹੈ ਰੱਬ ਵੇਲੀ, ਤੇ ਕਲਾਮਤ ਨੂੰ ਝੂਠੇ ਦੀਆਂ ਪੈਂਦੀਆਂ ਨੇ। ਸੱਚੇ ਦੀ ਸਦਾ ਹੀ ਸੰਸਾਰ ਦੇ ਲੋਕ ਪੂਜਾ ਕਰਦੇ ਹੈ, ਸੱਚ ਦੀ ਸਦਾ ਹੀ ਸੰਸਾਰ ਦੇ ਅੰਦਰ ਜਿੱਤ ਹੁੰਦੀ ਹੈ। ਸੰਸਾਰ ਤੇ ਆਇਆ ਮਨੁੱਖ ਚਲੇ ਜਾਂਦਾ ਹੈ, ਪਰ ਜਿਹੜੇ ਬੰਦਗੀ ਕਮਾ ਕੇ ਜਾਂਦੇ ਉਹ ਸਦਾ ਹੀ ਪੂਜੇ ਜਾਂਦੇ, ਉਹ ਸਦਾ ਹੀ ਜਿਉਂਦੇ ਹੈ। ਆਉਣ ਜਾਣ ਜਖਾਣ ਦੇ ਵਿੱਚ ਬਣਿਆ ਬੰਦਾ ਵਾਂਗ ਮੁਸਾਫਰਾਂ ਉੱਠ ਜਾਂਦਾ, ਉਦੋਂ ਜੀਵ ਦੀ ਕੋਈ ਨਾ ਪਿੱਛ ਜਾਏ। ਜਦੋਂ ਜੱਗ ਚੋਂ ਚੋਗ ਨਖੁੱਟ ਜਾਂਦਾ, ਸਾਇੰਸਦਾਨ ਵੀ ਫੇਰ ਨਾ ਜੋੜ ਸਕਣ। ਤਾਰਾ ਜ਼ਿੰਦਗੀ ਦਾ ਜਦੋਂ ਟੁੱਟ ਜਾਂਦਾ, ਬਾਜ ਮੌਤ ਦਾ ਪਵੇ ਜਰਨੈਲ ਸਿੰਘਾ ਘੁੱਗੀ ਵਾਂਗ ਮਰੋੜ ਕੇ ਸੁੱਟ ਜਾਂਦਾ। ਇੱਕ ਸਾਹ ਜ਼ਿੰਦਗੀ ਦੀ ਰਮਤਾ ਹੁੰਦੀ ਹੈ, ਇੱਕ ਸਾਹ ਜ਼ਿੰਦਗੀ ਦਾ ਆਖਰੀ ਮੰਨਿਆ ਜਾਂਦਾ। ਇੰਨੀ ਕੀ ਜ਼ਿੰਦਗੀ ਹੈ, ਇੰਨੀ ਜ਼ਿੰਦਗੀ ਵਿੱਚ ਰਹਿ ਕੇ ਜਿਹੜੇ ਨੇਕੀ ਦਾ ਕਰਮ ਕਰ ਜਾਂਦੇ ਹੈ, ਬੰਦਗੀ ਕਰ ਜਾਂਦੇ ਹੈ, ਉਹ ਸਦਾ ਹੀ ਸੰਸਾਰ ਦੇ ਵਿੱਚ ਮਾਣ ਪਾਉਂਦੇ ਹੈ। ਆਓ ਸੱਚੇ ਸਾਧੂਆਂ ਦੀ ਕੀਰਤੀ ਨੂੰ ਪ੍ਰਣਾਮ ਆਪਾਂ ਸਾਰੇ ਕਰ ਰਹੇ ਹਾਂ। ਧੰਨ ਹੈ ਬਾਬਾ ਕੇਸਰ ਸਿੰਘ ਸਾਹਿਬ ਜੀ, ਜਿਨ੍ਹਾਂ ਦੀਆਂ ਸੇਵਾਵਾਂ, ਜਿਨ੍ਹਾਂ ਦਾ ਤਪ, ਜਿਨ੍ਹਾਂ ਦੀ ਇਬਾਦਤ, ਜਿਨ੍ਹਾਂ ਦਾ ਸਿਮਰਨ ਸੰਸਾਰ ਦੇ ਅੰਦਰ ਪ੍ਰਤੱਖ ਹੈ। ਧੰਨ ਬਾਬਾ ਹਰਬੰਸ ਸਿੰਘ ਸਾਹਿਬ ਜੀ ਪੰਥ ਰਤਨ, ਧੰਨ ਬਾਬਾ ਮਹਿੰਦਰ ਸਿੰਘ ਜੀ, ਧੰਨ ਬਾਬਾ ਬਚਨ ਸਿੰਘ ਜੀ, ਧੰਨ ਬਾਬਾ ਫੌਜਾ ਸਿੰਘ ਸਾਹਿਬ ਜੀ, ਸਾਰੇ ਹੀ ਜਥੇਦਾਰ ਸਤਿਕਾਰਯੋਗ ਹੈ, ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਹੱਥੀਂ ਕਿਰਤ ਕੀਤੀ ਹੈ, ਕਾਰ ਸੇਵਾ ਕੀਤੀ ਹੈ, ਮਨੁੱਖਤਾ ਦੇ ਭਲੇ ਹਿੱਤ ਆਪਣੀ ਜ਼ਿੰਦਗੀ ਨੂੰ ਲਾਇਆ ਹੈ। ਸੋ ਪਿਆਰ ਸਹਿਤ ਨਮਸਕਾਰ ਹੈ ਮਹਾਨ ਸਾਧੂਆਂ ਦੇ
ਚਰਨਾਂ ਅੰਦਰ, ਜਿਹੜੇ ਆਪ ਤੇ ਤਰ ਗਏ ਹਜ਼ਾਰਾਂ ਨੂੰ ਵੀ ਸਹੀ ਮੰਜ਼ਲ ਤੇ ਪਾਂਧੀ ਬਣਾ ਗਏ। ਸੱਚੇ ਸਾਧੂ ਤਾਰ ਦੇ ਡੁੱਬਿਆਂ ਦੇ ਬੇੜੇ। ਧਰਤੀ ਸਮਝੋ ਹੋਵਦੀ ਉਹ ਭਾਗਾਂ ਵਾਲੀ, ਜਿਹੜੀ ਥਾਂ ਲੱਗਦਾ ਫਲ ਸੁੱਕੀ ਡਾਲੀ। ਉਹ ਮੁੱਕਣ ਜੰਮਣ ਮਰਨ ਦੇ ਆ ਜਿੱਥੋਂ ਗੇੜੇ, ਸੱਚੇ ਸਾਧੂ ਤਾਰ ਦੇ ਡੁੱਬਿਆਂ ਦੇ ਬੇੜੇ। ਉਹ ਧਰਤੀ ਸਮਝੋ ਹੋਵਦੀ ਉਹ ਭਾਗਾਂ ਵਾਲੀ, ਜਿਹੜੀ ਥਾਂ ਲੱਗਦਾ ਫਲ ਸੁੱਕੀ ਡਾਲੀ। ਮੁੱਕਣ ਜੰਮਣ ਮਰਨ ਦੇ ਆ ਜਿੱਥੋਂ ਗੇੜੇ, ਸੱਚੇ ਸਾਧੂ ਤਾਰ ਦੇ ਡੁੱਬਿਆਂ ਦੇ ਬੇੜੇ। ਓ ਰਹਿਮਤ ਦੇ ਨਾਲ ਕਰਨ ਜੇ ਇਹ ਨਜ਼ਰ ਸਵਾਈ, ਦੇ ਦਿੰਦੇ ਨੇ ਉਸ ਨੂੰ ਵੱਡੀ ਵਡਿਆਈ। ਆਉਣੇ ਉਦਾਸੇ ਮੁਖ ਤੇ ਜਿਸ ਦਰ ਤੋਂ ਖੇੜੇ, ਸੱਚੇ ਸਾਧੂ ਤਾਰ ਦੇ ਡੁੱਬਿਆਂ ਦੇ ਬੇੜੇ। ਓ ਚਰਨ ਧੂੜ ਵਿੱਚ ਸਾਧਦੀ ਹੀਰੇ ਤੇ ਪੰਨੇ, ਚਰਨ ਧੂੜ ਵਿੱਚ ਸਾਧਦੀ ਹੀਰੇ ਤੇ ਪੰਨੇ, ਝੁਕ ਕੇ ਸ਼ਰਧਾਵਾਨ ਹੀ ਪੱਲੇ ਵਿੱਚ ਬੰਨੇ। ਆਓ ਸੰਤ ਚਰਨ ਆ ਚਮਕਦੇ ਜੋ ਕਰਮ ਕਰੇੜੇ, ਸੱਚੇ ਸਾਧੂ ਤਾਰ ਦੇ ਡੁੱਬਿਆਂ ਦੇ ਬੇੜੇ। ਫੇਰ ਨਗੇੜ ਨਸੀਬ ਦੇ ਮਾਲਾ ਦੇ ਮਣਕੇ, ਛੜਿਆਂ ਘਰ ਸੁਹਾਗ ਦੀ ਆ ਝਾਂਜਰ ਛਣਕੇ। ਔਰ ਰਾਸ ਪਲਾਂ ਵਿੱਚ ਹੋਵਦੇ ਜੋ ਕਾਜ ਸਹੇੜੇ, ਸੱਚੇ ਸਾਧੂ ਤਾਰ ਦੇ ਡੁੱਬਿਆਂ ਦੇ ਬੇੜੇ। ਉਹ ਜਿਸ ਨੂੰ ਝੁਕਣਾ ਆ ਗਿਆ ਸਾਧੂ ਦੇ ਅੱਗੇ, ਭਾਗ ਸਮਝ ਲੋ ਪਲਾਂ ਵਿੱਚ ਉਹਨਾਂ ਨੂੰ ਲੱਗੇ। ਉਹ ਖੁੱਲਣ ਝੱਟ ਤਕਦੀਰ ਜੋ, ਖੁੱਲਣ ਝੱਟ ਤਕਦੀਰ ਜੋ ਦਰਵਾਜ਼ੇ ਭੇੜੇ, ਸੱਚੇ ਸਾਧੂ ਤਾਰ ਦੇ ਡੁੱਬਿਆਂ ਦੇ ਬੇੜੇ। ਅਮਰਜੀਤ ਸਬਰਾ ਕਏ ਸਿਫਤਾਂ ਦੇ ਸਾਗਰ, ਨਾਲ ਗੁਣਾਂ ਦੇ ਭਰ ਦਿਓ ਅਕਲਾਂ ਦੀ ਗਾਗਰ। ਦਿਲ ਕਰਮ ਵਰਿਆਮ ਰੋ ਹੋ ਚਰਨਾਂ ਨੇੜੇ, ਸੱਚੇ ਸਾਧੂ ਤਾਰ ਦੇ ਡੁੱਬਿਆਂ ਦੇ ਬੇੜੇ। ਇਹ ਹੈ ਸੱਚੇ ਸਾਧੂਆਂ ਦੀ ਕੀਰਤੀ, ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਬੰਦਗੀ ਕੀਤੀ, ਸਿਮਰਨ ਕੀਤਾ, ਤਪ ਕੀਤਾ, ਹੱਥੀਂ ਸੇਵਾਵਾਂ ਕੀਤੀਆਂ, ਹੋਰਨਾਂ ਨੂੰ ਪ੍ਰੇਰਿਆ। ਜਿੱਥੇ ਆਪਣਾ ਜੀਵਨ ਸਫਲ ਬਣਿਆ, ਉੱਥੇ ਅਨੇਕਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਇਆ, ਸ਼ਬਦ ਦੇ ਲੜ ਲਾਇਆ, ਗੁਰੂ ਘਰ ਦੇ ਨਾਲ ਜੋੜਿਆ। ਆਓ ਆਪਣੇ ਰਹਿੰਦੇ ਸਮੇਂ ਅੰਦਰ ਮੈਂ ਗੱਲ ਕਰਾਂਗਾ ਮੀਰੀ ਪ੍ਰੀ ਦੇ ਮਾਲਕ, ਸੋਹਣਿਆਂ ਦੇ ਸੁਲਤਾਨ, ਮਹਾਬਲੀ ਜਰਨੈਲ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ। ਜਿਸ ਵਕਤ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਲਾਹੌਰ ਦੀ ਧਰਤੀ ਤੇ ਹੁੰਦੀ ਹੈ, ਜਦ ਸਾਹਿਬ ਸਿਆਸਤ ਮੁਤਾਬਕ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਹੈ। ਇਹ ਚੰਗੇਜ਼ ਖਾਂ ਦਾ ਬਣਾਇਆ ਹੋਇਆ ਕਾਨੂੰਨ ਹੈ। ਜਿਸ ਨੇ ਕਾਨੂੰਨ ਬਣਾਇਆ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਕਾਨੂੰਨ ਦੇ ਰਾਹੀਂ ਕਿਸੇ ਨੂੰ ਸਜ਼ਾ ਨਹੀਂ ਦਿੱਤੀ। ਪਰ ਸਿੱਖੋ, ਇਤਿਹਾਸ ਪੜ੍ਹੀਏ, ਨਿਰਭਉ ਨਿਰਵੈਰ ਆਤਮਾ ਪੰਚਮ ਨਾਨਕ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦਾ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਦੋਂ ਜਾਸਾ ਸਿਆਸਤ ਮੁਤਾਬਕ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਜਾਸਾ ਦਾ ਕਾਨੂੰਨ ਕਹਿੰਦਾ ਹੈ, ਸ਼ਹੀਦ ਕਰਨ ਵਾਲੇ ਨੂੰ, ਮੌਤ ਦੇ ਘਾਟ ਉਤਾਰਨ ਵਾਲੇ ਦਾ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ। ਜੇ ਉਹ ਖੂਨ ਧਰਤੀ ਤੇ ਡੁੱਲ ਜਾਂਦਾ ਹੈ, ਬਗਾਵਤ ਪੈਦਾ ਹੁੰਦੀ ਹੈ, ਕ੍ਰਾਂਤੀ ਉਪਜਦੀ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਹੋਈ, ਤੱਤੀ ਤਵੀ ਤੇ ਚੌਂਕੜਾ ਮਾਰ ਕੇ, ਸੀਸ ਵਿੱਚ ਗਰਮ ਰੇਤਾ ਪਵਾ ਕੇ, ਦੇਗਾਂ 'ਚ ਉਬਾਲੇ ਖਾ ਕੇ, ਤੇਰਾ ਕੀਆ ਮੀਠਾ ਲਾਗੇ ਦੇ ਪਾਣੇ ਨੂੰ ਸੱਚ ਤੇ ਸਦ ਕਰਕੇ ਮੰਨਿਆ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਸਿੱਖ ਗੁਰੂ ਸਾਹਿਬ ਦੇ ਨਾਲ ਲਾਹੌਰ ਗਏ, ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਲੱਗਾ ਹੋਇਆ ਸੀ ਦੀਵਾਨ, ਸਿੱਖ ਸੰਗਤਾਂ ਦਾ ਠਾਠਾਂ ਦਾ ਮਾਰਦਾ ਹੈ ਇਕੱਠ। ਉਹਨਾਂ ਪੰਜਾਂ ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦੀ ਵਾਰਤਾ ਕਹਿ ਸੁਣਾਈ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਖਿਆ,
ਜੋਧਿਓ ਹੁਣ ਲਾਮਬੰਦ ਹੋਈਏ, ਇੱਕ ਨਿਸ਼ਾਨ ਥੱਲੇ ਇਕੱਤਰ ਹੋਈਏ। ਕੇਸਰੀ ਬਾਣਾ ਪਹਿਨਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ, ਕੇਸਰੀ ਦਸਤਾਰਾ ਸਜਾਇਆ ਹੈ। ਦਮਾਲੇ ਦੇ ਉੱਪਰ ਦੀ ਚੱਕਰ, ਚੱਕਰ ਦੇ ਉੱਪਰ ਦੀ ਕਲਗੀ, ਸੁਨਹਿਰੀ ਕਲਗੀ ਜਦ ਹਵਾ ਨਾਲ ਹਿਲਦੀ ਹੈ ਇਉਂ ਲੱਗਦਾ ਜਿਵੇਂ ਨੂਰ ਦੇ ਮੀਂਹ ਦੀ ਬਰਸਾਤ ਹੁੰਦੀ ਹੋਵੇ। ਮੀਰੀ ਔਰ ਪੀਰੀ ਦੀਆਂ ਤੇਗਾਂ ਪਹਿਨ ਲੀਆਂ, ਦਿੱਲੀ ਦੇ ਤਖਤ ਨਾਲੋਂ 2.5 ਫੁੱਟ ਉੱਚਾ ਅਕਾਲ ਦਾ ਤਖਤ ਰੱਖ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਤਕਰੀਰ ਕੀਤੀ। ਸੰਸਾਰ ਦੇ ਲੋਕਾਂ ਨੂੰ ਆਖਿਆ, ਡੋੜਿਓ ਜਿੱਥੇ ਸੰਬੰਧ ਦੀ ਮਾਇਆ ਲੈ ਕੇ ਆਉਂਦੇ ਹੋ, ਜਿੱਥੇ ਸੱਚੇ ਸੁੱਚੇ ਵਸਤਰ ਲੈ ਕੇ ਆਉਂਦੇ ਹੋ, ਹੁਣ ਉੱਥੇ ਜਵਾਨੀਆਂ ਭੇਟ ਕਰੋ, ਚੰਗੇ ਸਾਇਤਰ ਲੈ ਕੇ ਆਓ, ਨਸਲੀ ਘੋੜੇ ਲੈ ਕੇ ਆਓ, ਹੱਕਾਂ ਦੀ ਖਾਤਰ ਲੜਨਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਕਰਾ ਕੇ ਸਿਰਜਣਾ, ਇੱਕ ਉਪਦੇਸ਼ ਸੰਗਤਾਂ ਦੇ ਨਾਂ ਦਾ ਯਾਰੀ ਐਉਂ ਕੀਤਾ। ਬੈਠੇ ਛੇਵੇਂ ਪਾਤਸ਼ਾਹ ਗੱਦੀ ਦੇ ਉੱਤੇ, ਭਾਗ ਸਮਝ ਲੋ ਜਾਗ ਪਏ ਭਾਰਤ ਦੇ ਸੁੱਤੇ। ਤੇਰਾ ਸੂਰਜ ਵਾਂਗਰਾ ਮਾਰੇ ਚਮਕਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ। ਬੈਠੇ ਛੇਵੇਂ ਪਾਤਸ਼ਾਹ ਗੱਦੀ ਦੇ ਉੱਤੇ, ਭਾਗ ਸਮਝ ਲੋ ਜਾਗ ਪਏ ਭਾਰਤ ਦੇ ਸੁੱਤੇ। ਤੇਰਾ ਸੂਰਜ ਵਾਂਗਰਾ ਮਾਰੇ ਚਮਕਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ। ਰਚਿਆ ਤਖਤ ਅਕਾਲ ਦਾ ਸਭਨਾਂ ਦਾ ਸਾਂਝਾ, ਇਸ ਦਵਾਰਿਓਂ ਆਣ ਕੇ ਕੋਈ ਮੁੜੇ ਨਾ ਵਾਂਝਾ। ਨਾਲ ਲਾ ਕੇ ਰੱਖਣੇ ਲੋਕੀ ਦੁਖਿਆਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ। ਮੇਰੀ ਪੀਰੀ ਵਾਲੀਆਂ ਪਾਈਆਂ ਤਲਵਾਰਾਂ, ਮੇਰੀ ਪੀਰੀ ਵਾਲੀਆਂ ਪਾਈਆਂ ਤਲਵਾਰਾਂ, ਵੈਰ ਪਿਤਾ ਦਾ ਲਵਾਂਗਾ ਦਿਲ ਖਾ ਕੇ ਖਾਰਾਂ। ਜ਼ੁਲਮ ਕਮਾਇਆ ਬਹੁਤ ਹੈ ਚੰਦੂ ਹਥਿਆਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ। ਉਹ ਲੋੜ ਹੈ ਸਾਨੂੰ ਫੌਜ ਦੀ ਕਰੋ ਭੇਟ ਜਵਾਨੀ, ਖਾਤਰ ਭਾਰਤ ਵਰਸ਼ ਦੀ ਕਰਨੀ ਕੁਰਬਾਨੀ। ਜ਼ੁਲਮ ਕਮਾਉਣਾ ਦੇਸ਼ ਚੋਂ ਲਾਜੋ ਨਗਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ। ਉਹ ਜਿੱਥੇ ਭੇਟ ਚੜਾਵੰਦੇ ਮਾਇਆ ਤੇ ਬਸਤਰ, ਭੇਟ ਕਰਦੇ ਉਹ ਲਿਆ ਕੇ ਘੋੜੇ ਤੇ ਸ਼ਸਤਰ। ਉਹ ਤੀਰ ਤਬਕ ਤਲਵਾਰ ਤੇ ਖੰਡੇ ਦੋ ਧਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ। ਹੁਣ ਨਹੀਂ ਮਰਨਾ ਯੋਧਿਓ ਤਵੀਆਂ ਤੇ ਬੈ ਕੇ, ਹੁਣ ਨਹੀਂ ਮਰਨਾ ਯੋਧਿਓ ਤਵੀਆਂ ਤੇ ਬੈ ਕੇ, ਨੱਥ ਜਬਰ ਨੂੰ ਪਾ ਦਿਓ ਹੱਥ ਖੰਡੇ ਲੈ ਕੇ। ਉਹ ਨਹੀਂ ਜਿਉਂਦਾ ਛੱਡਣਾ ਜੋ ਅਣਖ ਵੰਗਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ। ਹਰ ਗੁਰ ਸਿੱਖ ਦਾ ਫਰਜ਼ ਹੈ ਵਾਦਾ ਨਹੀਂ ਕਰਨਾ, ਜੇ ਵੰਗਾਰੇ ਅਣਖ ਕੋਈ ਹੱਸ ਹੱਸ ਕੇ ਮਰਨਾ। ਉਹ ਅਸਲੀ ਉਹ ਜਰਨੈਲ ਜੋ ਹਿੰਮਤ ਨਾ ਹਾਰੇ, ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ। ਬੇਅੰਤ ਹੀ ਸਿੰਘ ਸੰਗਤਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਗੁਰੂ ਤੇ ਅਦਾ ਕੀਤਾ ਗਿਆ ਹੈ। ਮੈਂ ਕਦਰਦਾਨੀ ਦਾ ਧੰਨਵਾਦ ਕਰਦਾ ਹਾਂ। ਸਟੇਜ ਦੇ ਉੱਪਰ ਵੱਖ-ਵੱਖ ਸੰਪਰਦਾਵਾਂ ਦੇ ਅਤੀ ਸਤਿਕਾਰਯੋਗ ਮਹਾਂਪੁਰਖ ਬੈਠੇ ਨੇ, ਸਾਰਿਆਂ ਵੱਲੋਂ ਹੀ ਕੰਡ ਥਾਪੜੀ ਗਈ ਹੈ। ਮੈਂ ਸਾਰੇ ਹੀ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ, ਦਾਤਾ ਕਿਰਪਾ ਕਰੇ, ਰਹਿਮਤਾਂ ਕਰੇ। ਇਹਨਾਂ ਸਾਰੇ ਹੀ ਸਾਧੂਆਂ ਦੀਆਂ ਸੇਵਾਵਾਂ ਉਚਿਤ ਨੇ, ਗੁਰੂ ਸਾਹਿਬ ਜੀ ਕਿਰਪਾ ਕਰਕੇ ਸੇਵਾਵਾਂ ਲੈਂਦੇ ਰਹਿਣ। ਕਲਗੀਧਰ ਅਕੈਡਮੀ ਬੜੂ ਸਾਹਿਬ ਵਾਲੇ, ਉਸ ਅਕੈਡਮੀ ਵਾਲੇ ਸਤਿਕਾਰਯੋਗ ਸੰਚਾਲਨ ਸਾਹਿਬ, ਉਹਨਾਂ ਵੱਲੋਂ 500 ਦਾ ਬੜਾ ਗੁਰੂ ਤਿਆਰ ਦਾ ਮਨ ਕੀਤਾ ਗਿਆ। ਮੈਂ ਕਦਰਦਾਨੀ ਦਾ ਧੰਨਵਾਦ ਕਰਦਾ ਹਾਂ। ਜਨਰਲ ਸਕੱਤਰ ਪ੍ਰਬੰਧਕ ਕਮੇਟੀ ਸ਼੍ਰੀ ਨਾਨਕ ਮਤਾ ਸਾਹਿਬ ਦੇ ਸਰਦਾਰ ਅਮਰਜੀਤ ਸਿੰਘ ਸਾਹਿਬ ਜੀ ਸਟੇਜ ਤੇ ਸਵਾਇਮਾਨ ਹੈ, ਉਹਨਾਂ ਵੱਲੋਂ 200 ਦਾ ਬੜਾ ਗੁਰੂ ਤਿਆਰ ਦਾ ਮਨ ਕੀਤਾ ਗਿਆ। ਮੈਂ ਕਦਰਦਾਨੀ ਦਾ ਧੰਨਵਾਦ ਕਰਦਾ ਹਾਂ। ਸਾਡਾ ਆਪਣਾ ਪਰਿਵਾਰ ਸ਼ੀਨਾ ਪਰਿਵਾਰ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਪਹੁੰਚਿਆ, ਧੰਨਵਾਦ ਕਰਦਾ ਹਾਂ। ਜਥੇਦਾਰ ਬਾਬਾ ਜੋਗਾ ਸਿੰਘ ਸਾਹਿਬ ਜੀ, ਉਹਨਾਂ ਵੱਲੋਂ ਵੀ 200 ਦਾ ਬੜਾ ਮਾਣ ਪਹੁੰਚਿਆ। ਨਾਲ ਹੀ ਉਹ
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਤਿੰਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਉਂਦੇ। ਸਾਰੇ ਹੀ ਸੰਗਤਾਂ ਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਕਾਰਯੋਗ ਸਾਡੇ ਉਸਤਾਦ ਜੀ ਪਿਤਾ ਜੀ ਗਿਆਨੀ ਮੇਜਰ ਸਿੰਘ ਜੀ ਤੁਲਾਪੁਰ ਵਾਲੇ, ਉਹਨਾਂ ਵੱਲੋਂ ਮਾਣ ਸਤਿਕਾਰ ਪਹੁੰਚਾ, ਧੰਨਵਾਦ ਕਰਦਾ ਹਾਂ। ਅੱਜ ਦੇ ਪ੍ਰੋਗਰਾਮ ਦਾ ਮੰਚ ਦਾ ਸੰਚਾਲਨ ਕਰ ਰਹੇ ਮੇਰੇ ਬਹੁਤ ਹੀ ਅਜੀਜ਼ ਸਤਿਕਾਰਯੋਗ ਸਿੱਖ ਕੌਮ ਦੇ ਮਖਾਨ ਵਿਦਵਾਨ ਗਿਆਨੀ ਸੁਖਵਿੰਦਰ ਸਿੰਘ ਜੀ ਐਮਏ ਸਾਹਿਬ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਜੋ ਉੱਤਰਾਖੰਡ ਕਾਸ਼ੀਪੁਰ ਵਿਖੇ ਮਿਸ਼ਨ ਬਣਿਆ ਹੋਇਆ ਹੈ, ਇਹ ਉਸ ਮਿਸ਼ਨ ਦੇ ਇੰਚਾਰਜ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬਹੁਤ ਉਚਿਤ ਪਦਵੀਆਂ ਦੇ ਕੇ ਸਤਿਗੁਰੂ ਨੇ ਨਵਾਜਿਆ ਹੈ। ਪੰਥ ਦੀਆਂ ਸਟੇਜਾਂ ਦਾ ਮਾਣ ਨੇ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਵੱਲੋਂ ਵੀ ਬੇਅੰਤ ਮਾਣ ਸਤਿਕਾਰ ਪਹੁੰਚਾ। ਹੋਰ ਸਿੱਖ ਸੰਗਤ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਆਇਆ, ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਵਾਈ, ਔਰ ਮੀਰੀ ਪੀਰੀ ਦੀਆਂ ਤੇਗਾਂ ਪੈਂਦੀਆਂ। ਭਾਈ ਲੰਗਾਹ ਜੀ ਵਰਗੇ, ਭਾਈ ਬਹਾਦਰ ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਪ੍ਰਾਣਾ ਜੀ ਵਰਗੇ, ਭਾਈ ਮੋਖਾ ਜੀ ਵਰਗੇ ਉਸ ਵਕਤ ਮਹਾਨ ਯੋਧੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਅੰਦਰ ਨੇ। ਭਾਈ ਭੱਲੜ ਬਰਾੜ ਵਰਗੇ ਸਿੱਖ ਗੁਰੂ ਸਾਹਿਬ ਦੀ ਕੀਰਤੀ ਦਾ ਜਸ ਕਰਿਆ ਕਰਦੇ ਨੇ। ਸਿੱਖ ਸੰਗਤਾਂ ਨੇ ਬੜਾ ਵੱਡਾ ਹੁੰਗਾਰਾ ਦਿੱਤਾ। ਜੋ ਇਨਕਲਾਬੀ ਤੇ ਕ੍ਰਾਂਤੀਕਾਰੀ ਵਿਚਾਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਰੱਖੇ, ਉਹਨਾਂ ਵਿਚਾਰਾਂ ਦਾ ਹਿੱਸਾ ਬਣਨ ਵਾਸਤੇ ਕਦੇ ਸੰਗਤ ਕਾਬਲ ਦੀ ਧਰਤੀ ਤੋਂ ਆਉਂਦੀ ਹੈ। ਪੰਜਾਬ ਬਾਹਰਲੇ ਸੂਬਿਆਂ ਤੋਂ ਚੱਲ ਕੇ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਅੰਦਰ ਨਤਮਸਤਕ ਹੁੰਦੀਆਂ ਨੇ। ਇਹਨਾਂ ਗੱਲਾਂ ਦਾ ਪਤਾ ਲਾਹੌਰ ਦੀ ਧਰਤੀ ਤੇ ਰਹਿੰਦੇ ਹੋਏ ਮੁਰਤਜ਼ਾ ਖਾਨ ਨੂੰ ਲੱਗਾ ਹੈ। ਉਹੀ ਮੁਰਤਜ਼ਾ ਖਾਨ ਜਿਹਨੇ ਚੰਦੂ ਦਾ ਸਾਥ ਦਿੱਤਾ ਹੈ, ਉਹੀ ਚੰਦੂ ਜਿਹਨੇ ਨਿਰਭਉ ਨਿਰਵੈਰ ਆਤਮਾ ਖੁਦਾ ਭੁਲਾ ਕੇ, ਅੱਲਾ ਦਾ ਡਰ ਭੁਲਾ ਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਉੱਪਰ ਅਤਿਆਚਾਰ ਤੇ ਤਸ਼ੱਦਦ ਕੀਤਾ ਸੀ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਕੁਰਬਾਨੀ ਹੋਈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਨਵੇਂ ਵਿਚਾਰ ਰੱਖੇ। ਲਾਹੌਰ ਦੀ ਧਰਤੀ ਤੇ ਰਹਿੰਦੇ ਹੋਏ ਵਿਰੋਧੀ ਲੋਕਾਂ ਨੇ ਦਿੱਲੀ ਦੀ ਧਰਤੀ ਤੇ ਬੈਠੇ ਹੋਏ ਬਾਦਸ਼ਾਹ ਜਹਾਂਗੀਰ ਤੱਕ ਚਿੱਠੀਆਂ ਲਿਖੀਆਂ, ਚੰਦੂ ਤੱਕ ਚਿੱਠੀਆਂ ਲਿਖੀਆਂ। ਐ ਜਹਾਂਗੀਰ, ਐ ਚੰਦੂ, ਤੂੰ ਸੋਚਦਾ ਹੋਵੇਂਗਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਦਰਵਾਜ਼ੇ ਸਦਾ ਵਾਸਤੇ ਬੰਦ ਹੋ ਗਏ ਹੋਣਗੇ। ਨਹੀਂ, ਇਹ ਗੱਲ ਨਹੀਂ। ਹੁਣ ਤੇ ਉੱਥੇ ਇੱਕ ਨਹੀਂ ਸਗੋਂ ਦੋ ਤਲਵਾਰਾਂ ਪਾ ਕੇ ਗੁਰੂ ਹਾਜ਼ਰ ਨਾਜ਼ਰ ਹੋ ਗਿਆ ਹੈ। ਹੁਣ ਤੇ ਉੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੰਗੀ ਕਰਤਵ ਸਿਖਾ ਰਹੇ ਨੇ, ਵੀਰ ਅਸਵਾਰਾਂ ਢਾਡੀ ਆ ਕੇ ਗਾ ਰਹੇ ਨੇ। ਇਹਨਾਂ ਲੋਕਾਂ ਨੇ ਜਹਾਂਗੀਰ ਦੇ ਕੰਨ ਭਰਦੇ ਹੋਇਆਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਪ੍ਰਤੀ ਯਾਰ ਗਲਾਸ਼ਦਿਆਂ ਹੋਇਆਂ ਲਾਹੌਰ ਦੀ ਧਰਤੀ ਤੋਂ ਦਿੱਲੀ ਵੱਲ ਕੁਝ ਚਿੱਠੀਆਂ ਲਿਖੀਆਂ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਇਸੇ ਤਰ੍ਹਾਂ ਸੰਸਾਰ 'ਚ ਰਹਿ ਗਏ, ਦਿੱਲੀ ਤੇ ਲਾਹੌਰ ਦਾ ਤਖਤਾ ਮੁੱਦਾ ਵੱਜ ਜਾਣਾ ਹੈ। ਗੁਰੂ ਦੇ ਨਿੰਦਕ, ਗੁਰੂ ਦੇ ਦੋਖੀ, ਵਿਰੋਧੀ ਬਣ ਕੇ ਗੁਰੂ ਉੱਪਰ ਤੂਮਤਾਂ ਆਇਓ ਲਾਉਂਦੇ। ਚਿੱਠੀਆਂ ਲਿਖ ਲਾਹੌਰ ਤੋਂ ਦਿੱਲੀ ਵੱਲ ਪਾਈਆਂ, ਚਿੱਠੀਆਂ ਲਿਖ ਲਾਹੌਰ ਤੋਂ ਦਿੱਲੀ ਵੱਲ ਪਾਈਆਂ। ਓ ਪੁੱਤਰ ਅਰਜਨ ਗੁਰੂ ਦੇ ਬਹੁਤਾਂ ਚਾਈਆਂ, ਪੁੱਤਰ ਅਰਜਨ ਗੁਰੂ ਦੇ ਬਹੁਤਾਂ ਚਾਈਆਂ। ਓ ਚਿੱਠੀਆਂ ਲਿਖ ਲਾਹੌਰ ਤੋਂ ਦਿੱਲੀ ਵੱਲ ਪਾਈਆਂ, ਚਿੱਠੀਆਂ ਲਿਖ ਲਾਹੌਰ ਤੋਂ ਦਿੱਲੀ ਵੱਲ ਪਾਈਆਂ। ਓ ਪੁੱਤਰ ਅਰਜਨ ਗੁਰੂ ਦੇ ਬਹੁਤਾਂ ਚਾਈਆਂ, ਪੁੱਤਰ ਅਰਜਨ ਗੁਰੂ ਦੇ ਬਹੁਤਾਂ ਚਾਈਆਂ। ਉਹਨੇ ਝੰਡੇ ਗੱਡੇ ਕੇਸਰੀ ਗਲ ਤੇਗਾਂ ਪਾਈਆਂ, ਝੰਡੇ ਗੱਡੇ ਕੇਸਰੀ ਗਲ ਤੇਗਾਂ ਪਾਈਆਂ। ਉਹਨੇ ਕਲਗੀਆਂ ਲਾਈਆਂ ਸੀਸ ਤੇ ਫੌਜਾਂ ਰਖਵਾਈਆਂ, ਕਲਗੀਆਂ ਲਾਈਆਂ ਸੀਸ ਤੇ ਫੌਜਾਂ ਰਖਵਾਈਆਂ। ਉਹਨੇ ਰਚਿਆ ਤਖਤ ਅਕਾਲ ਦਾ, ਅਕਾਲ ਦਾ, ਅਕਾਲ ਦਾ। ਉਹਨੇ ਰਚਿਆ ਤਖਤ ਅਕਾਲ ਦਾ, ਹੁਣ ਕਰੂ ਲੜਾਈਆਂ।
ਰਚਿਆ ਤਖਤ ਅਕਾਲ ਦਾ ਹੁਣ ਕਰੂ ਲੜਾਈਆਂ। ਉਹ ਲੱਗਾ ਚੋਰਾਂ ਡਾਕੂਆਂ ਨੂੰ ਦੇਣ ਪਨਾਈਆਂ, ਲੱਗਾ ਚੋਰਾਂ ਡਾਕੂਆਂ ਨੂੰ ਦੇਣ ਪਨਾਈਆਂ। ਉਹਨੇ ਪੈਣਾ ਟੁੱਟ ਲਾਹੌਰ ਤੇ ਨਿਤ ਕਰੇ ਸਲਾਈਆਂ, ਪੈਣਾ ਟੁੱਟ ਲਾਹੌਰ ਤੇ ਨਿਤ ਕਰੇ ਸਲਾਈਆਂ। ਉਹ ਜੇ ਪਈਆਂ ਉੱਠ ਬਗਾਵਤਾਂ ਨਾ ਜਾਣ ਦਬਾਈਆਂ, ਪਈਆਂ ਉੱਠ ਬਗਾਵਤਾਂ ਨਾ ਜਾਣ ਦਬਾਈਆਂ। ਆਓ ਤੁਸੀਂ ਮੰਨ ਲਓ ਅਰਜ਼ਾਂ ਮੇਰੀਆਂ ਮੇਰੀਆਂ ਮੇਰੀਆਂ, ਮੰਨ ਲਓ ਅਰਜ਼ਾਂ ਮੇਰੀਆਂ ਮੈਂ ਦਵਾਂ ਦੁਹਾਈਆਂ, ਮੰਨ ਲਓ ਅਰਜ਼ਾਂ ਮੇਰੀਆਂ ਮੈਂ ਦਵਾਂ ਦੁਹਾਈਆਂ। ਜਰਨੈਲ ਸਿੰਘਾ ਖੁਸ ਜਾਣੀਆਂ ਏਦਾਂ ਬਾਦਸ਼ਾਹਾਂ, ਜਰਨੈਲ ਸਿੰਘਾ ਖੁਸ ਜਾਣੀਆਂ ਏਦਾਂ ਬਾਦਸ਼ਾਹਾਂ। ਵਿਰੋਧੀ ਲੋਕਾਂ ਨੇ ਬਾਦਸ਼ਾਹ ਤੱਕ ਔਰ ਦੀਵਾਨ ਚੰਦੂ ਤੱਕ ਇਹ ਗੱਲਾਂ ਪਹੁੰਚਾ ਦਿੱਤੀਆਂ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸਾਹਿਬਜ਼ਾਦੇ ਬਰਖੁਰਦਾਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਿਵੇਕ ਹੋ ਕੇ ਬਹਾਦਰ ਬਣ ਕੇ ਗੈਰਤ ਰੱਖ ਕੇ ਸੰਜਮ ਰੱਖ ਕੇ ਮਹਾਨ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਗੱਲਾਂ ਦਾ ਪਤਾ ਚੰਦੂ ਨੂੰ ਲੱਗਾ। ਉਹਨੇ ਜਹਾਂਗੀਰ ਦੇ ਕੰਨ ਭਰੇ, ਆਖਿਆ ਬਾਦਸ਼ਾਹ ਇੱਕ ਪਾਸੇ ਬਾਦਸ਼ਾਹ ਤੇ ਇੱਕ ਪਾਸੇ ਪਾਤਸ਼ਾਹ ਏ। ਮੈਂ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਵੀ ਸੱਚਾ ਪਾਤਸ਼ਾਹ ਸਦਵਾਉਂਦਾ ਏ, ਸੋ ਇਸ ਵਾਸਤੇ ਕੋਈ ਵਿਧੀ ਬਣਾਈਏ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਦਿੱਲੀ ਦੀ ਧਰਤੀ ਤੇ ਲਿਆਂਦਾ ਜਾਵੇ। ਸੋ ਸਮਾਂ ਵਿਚਾਰ ਕੇ ਜਹਾਂਗੀਰ ਨੇ ਸੋਚਿਆ ਕਿਹੜੇ ਮਨੁੱਖ ਨੂੰ ਭੇਜਿਆ ਜਾਵੇ। ਆਇਆ ਹੈ ਵਜ਼ੀਰ ਖਾਨ, ਜਿਹੜਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਘਰ ਦੀ ਮਰਿਆਦਾ ਨੂੰ ਜਾਣਦਾ ਹੈ। ਜਹਾਂਗੀਰ ਨੇ ਸੋਚਿਆ ਗੁਰੂ ਘਰ ਕੋਈ ਮਰਿਆਦਾ ਵਾਲਾ ਬੰਦਾ ਹੀ ਭੇਜਣਾ ਚਾਹੀਦਾ ਹੈ, ਜਿਹਨੂੰ ਨਾ ਮਰਿਆਦਾ ਦਾ ਪਤਾ ਹੋਵੇ ਕਿ ਜਾ ਕੇ ਮੱਥਾ ਟੇਕਣਾ, ਕਿਵੇਂ ਬਹਿਣਾ, ਕਿਵੇਂ ਲੰਗਰ ਛਕਣਾ ਹੈ, ਤੇ ਸਿੱਖਾਂ ਨੇ ਤੇ ਉਸੇ ਵੇਲੇ ਸੋਧਾ ਲਾ ਦੇਣਾ ਹੈ। ਸੋ ਇਸ ਵਾਸਤੇ ਕੋਈ ਇਹੋ ਜਿਹਾ ਮਨੁੱਖ ਭੇਜੀਏ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕੇ ਦੱਸ ਸਕੇ। ਵਜ਼ੀਰ ਖਾਨ ਵਜ਼ੀਰ ਇਤਿਹਾਸ ਦੇ ਪੰਨਿਆਂ ਤੇ ਸਾਖੀ ਆਉਂਦੀ ਹੈ, ਇਹ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਭੌਰਾ ਹੈ। ਕਹਿੰਦੇ ਇਹਨੂੰ ਜਲੋਦਰ ਦਾ ਰੋਗ ਹੋ ਗਿਆ, ਬੜਾ ਇਲਾਜ ਕਰਾਇਆ, ਵੈਦ ਹਕੀਮਾਂ ਦੇ ਪਾਸ ਗਿਆ, ਕਿਤਿਓਂ ਵੀ ਇਹਦੇ ਉਸ ਬਿਮਾਰੀ ਦਾ ਹੱਲ ਨਾ ਲੱਭਾ। ਆਖਰਕਾਰ ਕਿਸੇ ਨੇ ਦੱਸਿਆ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਸੇਵਾਵਾਂ ਨਿਭਾ ਰਹੇ ਨੇ। ਬੜੀ ਆਸਥਾ ਦੇ ਨਾਲ, ਬੜੀ ਮੁਹੱਬਤ ਦੇ ਨਾਲ ਉਹ ਅਰਦਾਸ ਕਰਦੇ ਹੈ, ਹਰ ਹੀ ਸਿੱਖ ਦੀ ਭਾਵਨਾ ਨੂੰ ਭਾਗ ਲੱਗ ਜਾਂਦਾ ਹੈ। ਤੇ ਵਜ਼ੀਰ ਖਾਨ ਨੇ ਆਖਿਆ ਮੈਂ ਵੀ ਦੁਖੀ ਹਾਂ, ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਦਾ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦਾ ਲੱਗਾ ਹੋਇਆ ਸੀ ਦੀਵਾਨ, ਆ ਗਿਆ ਵਜ਼ੀਰ ਖਾਨ, ਦੀਵਾਨ ਦੀ ਸਮਾਪਤੀ ਹੋਈ, ਗੁਰੂ ਦੇ ਚਰਨਾਂ ਤੇ ਨੱਕ ਰਗੜਨਾ ਸ਼ੁਰੂ ਕਰ ਦਿੱਤਾ। ਦਾਤਾ ਜੀ ਕਹਿੰਦੇ ਕੀ ਗੱਲ ਹੈ? ਕਹਿੰਦਾ ਗੁਰੂ ਸਾਹਿਬ ਵੱਡੇ ਵੱਡੇ ਵੈਦਾਂ ਕੋਲੇ ਗਿਆ ਹੈ, ਹਕੀਮਾਂ ਕੋਲੇ ਗਿਆ ਹੈ, ਆ ਪੇਟ ਵਿੱਚ ਪਾਣੀ ਭਰ ਜਾਂਦਾ, ਯਾਰ ਬਾਗ ਹੋ ਜਾਂਦਾ ਹੈ, ਇਹਦਾ ਇਲਾਜ ਨਹੀਂ ਲੱਭਾ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਆਖਿਆ ਇਹਦਾ ਇਲਾਜ ਕਰ ਦਿੰਨੇ ਆ। ਆਓ ਸਾਹਮਣੇ ਆ ਬ੍ਰਹਮ ਗਿਆਨੀ ਪਿਆਰ ਤੇ ਸਿਦਕ ਦੀ ਮੂਰਤ ਧੰਨ ਬਾਬਾ ਬੁੱਢਾ ਸਾਹਿਬ ਜੀ, ਸ਼ਹੀਦ ਦੇ ਉੱਪਰ ਗਾਰੇ ਵਾਲੀ ਟੋਕਰੀ ਚੁੱਕ ਕੇ ਸੇਵਾ ਕਰ ਰਹੇ ਨੇ। ਧੰਨ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਗੁਰੂ ਅਰਜਨ ਪਾਤਸ਼ਾਹ ਸਾਹਿਬ ਨੇ ਆਖਿਆ ਤੁਹਾਡਾ ਇਲਾਜ ਬਾਬਾ ਬੁੱਢਾ ਸਾਹਿਬ ਜੀ ਕਰਨਗੇ। ਬਾਬਾ ਬੁੱਢਾ ਸਾਹਿਬ ਜੀ ਵੱਲ ਹੋਇਆ ਵਜ਼ੀਰ ਖਾਨ, ਔਰ ਇਤਿਹਾਸ ਦੀ ਸਾਖੀ ਦੱਸਦੀ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਉਹ ਟੋਕਰਾ ਰੇ ਪੇਟ ਤੇ ਮਾਰਿਆ ਹੈ, ਔਰ ਇੱਕ ਛਿਲਤ ਜਿਹੜੀ ਹੈ ਟੋਕਰੇ ਦੀ, ਇੱਕ ਤੀਲ ਜਿਹੜੀ ਹੈ ਟੋਕਰੇ ਦੀ ਵਜ਼ੀਰ ਖਾਨ ਦੇ ਪੇਟ ਵਿੱਚ ਵੱਜੀ, ਔਰ ਭਰਿਆ ਹੋਇਆ ਪਾਣੀ ਸਾਰਾ ਹੀ ਪੇਟ ਤੋਂ ਬਾਹਰ ਆ ਗਿਆ। ਇਹਨੇ ਆਖਿਆ ਦਾਤਾ ਸਾਹ ਹੋਣਾ ਸੌਖਾ ਹੋ ਗਿਆ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੈਠਾ ਹੈ। ਸਤਿਗੁਰ ਨੇ ਆਖਿਆ ਸਦਾ ਸਦਾ ਵਾਸਤੇ ਤੇਰੀ ਬਿਮਾਰੀ ਦਾ ਇਲਾਜ ਕਰ ਦਈਏ। ਵਜ਼ੀਰ ਖਾਨ ਕਹਿੰਦਾ ਦਾਤਾ ਜੀ ਇਹਦਾ ਹੱਲ ਹੋ ਜਾਏ, ਮੈਨੂੰ ਹੋਰ ਕੀ ਚਾਹੀਦਾ ਹੈ, ਸਾਰੀ ਉਮਰ ਤੁਹਾਡੀ ਕੀਰਤੀ ਕਰਾਂਗਾ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਆਖਿਆ ਫਿਰ ਇੱਕ ਸਿੱਖ ਨੂੰ ਤੂੰ ਤਨਖਾਹ ਦੇ ਉੱਪਰ ਰੱਖ ਲੈ, ਉਹਦੇ ਕੋਲੋਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਹਰ ਰੋਜ਼ ਸੁਣਨਾ, ਤੇਰਾ ਨਿਤਨੇਮ ਹੋਣਾ ਚਾਹੀਦਾ ਹੈ। ਹਰ ਰੋਜ਼
ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਸੁਣਨਾ ਹੈ। ਵਜ਼ੀਰ ਖਾਨ ਨੇ ਇਸੇ ਤਰ੍ਹਾਂ ਕੀਤਾ, ਇੱਕ ਸਿੱਖ ਨੂੰ ਆਪਣੇ ਕੋਲ ਰੱਖਿਆ ਤੇ ਉਹ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਸਰਵਣ ਕਰਿਆ ਕਰਦਾ ਹੈ। ਉਹ ਵਜ਼ੀਰ ਖਾਨ ਨੂੰ ਜਹਾਂਗੀਰ ਨੇ ਭੇਜਿਆ ਹੈ, ਨਾਲ ਹੈ ਕਿੰਟ ਬੇਗ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਭਰੇ ਦਰਬਾਰ ਅੰਦਰ ਸੰਗਤਾਂ ਦੇ ਇਕੱਠ ਵਿੱਚ ਇਹਨਾਂ ਲੋਕਾਂ ਨੇ ਆਖਿਆ ਦਾਤਾ ਜੀਓ, ਬਾਦਸ਼ਾਹ ਤੁਹਾਨੂੰ ਦਿੱਲੀ ਸੱਦ ਰਿਹਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਮਾਤਾ ਗੰਗਾ ਜੀ ਦੇ ਨਾਲ ਵਿਚਾਰ ਕੀਤੀ, ਉਸ ਵਕਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵਿਚਾਰ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਜਾਣਾ ਚਾਹੀਦਾ ਹੈ, ਤਾਂ ਉਸ ਵਕਤ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ 5 ਸਿੱਖਾਂ ਨੂੰ ਨਾਲ ਲੈ ਕੇ ਪਹੁੰਚ ਗਿਆ ਦਿੱਲੀ ਦੀ ਧਰਤੀ ਤੇ। ਹੋਈ ਮੁਲਾਕਾਤ ਸਮੇਂ ਦੇ ਬਾਦਸ਼ਾਹ ਦੇ ਨਾਲ, ਹੋਈਆਂ ਵਿਚਾਰਾਂ ਜਹਾਂਗੀਰ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀਆਂ। ਤੇ ਜਹਾਂਗੀਰ ਕਹਿੰਦਾ ਦਾਤਾ ਆਪਾਂ ਕੱਲ ਨੂੰ ਇਕੱਠਿਆਂ ਸ਼ਿਕਾਰ ਕਰਨ ਜਾਣਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਹਾਂ ਕਰਤੀ, ਨਾਲ ਤੁਰ ਪਏ ਸ਼ਿਕਾਰ ਕਰਨ ਵਾਸਤੇ। ਦਿਨ ਚੜਿਆ, ਸ਼ਿਕਾਰ ਕਰਨ ਵਾਸਤੇ ਚੱਲ ਰਹੇ ਨੇ। ਇੱਕ ਪਾਸੇ ਜਹਾਂਗੀਰ ਹੈ, ਇੱਕ ਪਾਸੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਹੈ। ਚਰਨ ਸੇਵਕ ਬਹਾਦਰ ਜਰਨੈਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਅੰਦਰ ਸੋਭਾ ਪਾਉਂਦੇ ਨੇ। ਕੀ ਤੱਕਦੇ ਨੇ? ਇੱਕ ਆਦਮਖੋਰ ਸ਼ੇਰ ਨਿਕਲਿਆ, ਜਹਾਂਗੀਰ ਦੇ ਉੱਪਰ ਹਮਲਾ ਕਰਨ ਵਾਲਾ ਹੈ, ਪੰਜੇ ਦੇ ਨਾਲ ਜਹਾਂਗੀਰ ਨੂੰ ਦਬੋਚਣ ਵਾਲਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਨਜ਼ਰ ਪੈ ਗਈ। ਦਾਤੇ ਨੇ ਢਾਲ ਦੇਣ ਦੇ ਆਸਰੇ ਇੱਕ ਵਾਰ ਤਲਵਾਰ ਦਾ ਸ਼ੇਰ ਦੇ ਉੱਪਰ ਕੀਤਾ ਤੇ ਸ਼ੇਰ ਦੀ ਗਤੀ ਕਰ ਦਿੱਤੀ। ਜਹਾਂਗੀਰ ਕਹਿੰਦਾ ਸ਼ੁਕਰ ਹੈ ਦਾਤਾ, ਬੜੀ ਕਿਰਪਾ ਕੀਤੀ, ਅੱਜ ਜ਼ਿੰਦਗੀ ਬਚ ਗਈ। ਭੰਗ ਦੇ ਭਾੜੇ ਹੀ ਜਾਨ ਚੱਲੀ ਸੀ, ਤੁਹਾਡਾ ਮੈਂ ਸ਼ੁਕਰਾਨਾ ਕਰਦਾ, ਤੁਹਾਡਾ ਧੰਨਵਾਦ ਕਰਦਾ। ਚੰਦੂ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਨੇੜਤਾ ਸਮੇਂ ਦੇ ਬਾਦਸ਼ਾਹ ਦੇ ਨਾਲ ਹੈ। ਤੇ ਜਦ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦੇ ਕਾਰਨ ਚੱਲੇ ਤੇ ਉਹਦੇ ਵਿੱਚ ਮੇਰਾ ਨਾਮ ਮੂਰਲੀ ਕਤਾਰ ਵਿੱਚ ਆਉਣਾ ਹੈ। ਉਹਨਾਂ ਦੁਖੀਆਂ ਦੇ ਵਿੱਚ ਆਪਣੇ ਪਾਪਾਂ ਤੇ ਪਰਦਾ ਪਾਉਣ ਦਾ ਮਾਰਾ ਚੰਦੂ ਹੰਕਾਰੀ ਇੱਕ ਵਿਉਂਟ ਸੋਚਦਾ ਹੈ, ਕਿਸੇ ਨਾ ਕਿਸੇ ਤਰੀਕੇ ਜਹਾਂਗੀਰ ਨੂੰ ਵਹਿਮ ਪਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਾ ਦੇਣਾ ਚਾਹੀਦਾ ਹੈ। ਜਦ ਗੁਰੂ ਕੈਦ ਹੋ ਗਿਆ, ਉਹਦੇ ਉੱਪਰ ਮੈਂ ਹਮਲਾਵਰ ਬਣ ਜਾਵਾਂਗਾ, ਜਾਂ ਕਿਸੇ ਨੂੰ ਪੈਸੇ ਦਿੱਤੇ, ਮੋਹਰਾਂ ਦਾ ਲਾਲਚ ਦਿੱਤਾ ਤੇ ਗੁਰੂ ਦੇ ਉੱਪਰ ਉਹ ਹਮਲਾਵਰ ਬਣ ਜਾਵੇਗਾ। ਇਹਨੇ ਖਰੀਦਿਆ ਹਜ਼ੂਰੀ ਪੰਡਤ। ਉਸ ਪੰਡਤ ਨੂੰ ਆਖਿਆ ਜਹਾਂਗੀਰ ਨੂੰ ਤੂੰ ਪਾਉਣਾ ਹੈ ਵਹਿਮ, ਤੇ ਵਹਿਮ ਦਾ ਤਰੀਕਾ ਤੈਨੂੰ ਮੈਂ ਦੱਸ ਦਿੰਨਾ ਹੈ। ਚੰਦੂ ਕਹਿੰਦਾ ਜਹਾਂਗੀਰ ਨੂੰ ਕਹਿਣਾ ਤੇਰੇ ਰਾਜ ਵਿੱਚ ਬਗਾਵਤਾਂ ਹੋ ਰਹੀਆਂ ਨੇ, ਤੇਰੇ ਉੱਪਰ ਸ਼ੇਰਾਂ ਦੇ ਹੱਲੇ ਹੋ ਰਹੇ ਆ, ਇਉਂ ਜਾਪਦਾ ਤੇਰੀ ਜ਼ਿੰਦਗੀ ਕੁਝ ਦੇਣੀ ਹੈ, ਤੇਰੇ ਉੱਪਰ ਸਾੜ ਸਤੀ ਆਉਣ ਵਾਲੀ ਹੈ। ਤੇ ਸਾੜ ਸਤੀ ਤਾਂ ਚਲੇਗੀ ਜਿਨੇ ਸ਼ੇਰ ਦਾ ਸ਼ਿਕਾਰ ਕੀਤਾ, ਉਹ ਤੇਰੀ ਖਾਤਰ ਭੋਰੇ ਵਿੱਚ ਜਾ ਕੇ ਤਪ ਕਰੇ। ਆਇਆ ਹੈ ਨਜੂਮੀਆਂ, ਆਇਆ ਹੈ ਪੰਡਤ, ਪੱਤਰੀ ਵਿਚਾਰ ਕੇ ਕਹਿੰਦਾ ਹੈ ਲਘੂ ਗੁਰੂ ਇਕੱਠੇ ਨੇ, ਜੇ ਇਹ ਵੱਖ-ਵੱਖ ਹੁੰਦੇ ਤੇ ਮੈਂ ਹੀ ਉਪਾਅ ਕਰ ਲੈਂਦਾ, ਪਰ ਹੁਣ ਇਹ ਉਪਾਅ ਕਰਨਾ ਪਵੇਗਾ ਗੁਰੂ ਹਰਗੋਬਿੰਦ ਸਾਹਿਬ ਨੂੰ। ਜਿਵੇਂ ਆ ਕੇ ਜਹਾਂਗੀਰ ਦੇ ਕੰਨਾਂ ਵਿੱਚ ਉਸ ਪੰਡਤ ਨੇ ਵਹਿਮ ਪਾਇਆ, ਉਸ ਵਕਤ ਦੀ ਤਸਵੀਰ ਨੂੰ ਕਵੀਸ਼ਰੀ ਜੱਥਾ ਇਉਂ ਕਹਿੰਦਾ ਬਈ, ਕਹਿੰਦਾ ਜਹਾਂਗੀਰ ਨੂੰ ਪੰਡਤ ਆਣ ਕੇ ਕਰਾਂ ਮੈਂ ਬਚਨ ਪੱਤਰੀ ਨੂੰ ਜਾਣ ਕੇ, ਕਰਾਂ ਮੈਂ ਬਚਨ ਪੱਤਰੀ ਨੂੰ ਜਾਣ ਕੇ। ਕਰੀਏ ਕਦੇ ਨਾ ਮਾਣ ਮਤੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ। ਓ ਨਿੱਕਾ ਮੋਟਾ ਜਾਵੇ ਜੇ ਗਰੈਣਿਆ ਜੀ, ਉਸ ਦਾ ਤਾਂ ਮੈਂ ਵੀ ਜਾਣਦਾ ਉਪਾਅ ਜੀ, ਉਸ ਦਾ ਤਾਂ ਮੈਂ ਵੀ ਜਾਣਦਾ ਉਪਾਅ ਜੀ। ਓ ਜਾਂਦਾ ਹੈ ਸਰੀਰ ਤੇਰਾ ਘਟੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ। ਓ ਰਾਹੂ ਕੇਤੂ ਹੋਣ ਜਿਸ ਤੇ ਸਵਾਰ ਜੀ, ਉਸ ਨੂੰ ਤਾਂ ਦਿੰਦੇ ਨਹੀਂ ਉਹ ਜਾਨੋ ਮਾਰ ਜੀ, ਉਸ ਨੂੰ ਤਾਂ ਦਿੰਦੇ ਨਹੀਂ ਉਹ ਜਾਨੋ ਮਾਰ ਜੀ। ਬੋਚੀ ਜਾਂਦੀ ਜ਼ਿੰਦਗੀ ਦੀ ਫਟੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ। ਤੇਰੇ ਸਿਰ ਆ ਗਈਆਂ ਨੇ ਬਹੁਤ ਆਫਤਾਂ, ਹਾਂ ਤੇਰੇ ਸਿਰ ਆ ਗਈਆਂ ਨੇ ਬਹੁਤ ਆਫਤਾਂ, ਰਾਜ ਵਿੱਚ ਤਾਂ ਹੀ ਹੁੰਦੀਆਂ ਬਗਾਵਤਾਂ, ਰਾਜ ਵਿੱਚ ਤਾਂ ਹੀ ਹੁੰਦੀਆਂ ਬਗਾਵਤਾਂ। ਬਸ ਤੱਕ ਜਾਂਦਾ ਤੇਰਾ ਘਟੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ,
ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ। ਰੌਣ ਜੈਸੇ ਬਲੀ ਮਰਵਾਏ ਇਸਨੇ, ਕੈਰਵਾਂ ਦੇ ਪੂਰਬੀ ਖਪਾਏ ਇਸਨੇ, ਕੈਰਵਾਂ ਦੇ ਪੂਰਬੀ ਖਪਾਏ ਇਸਨੇ। ਉਹ ਅਜੇ ਤੀਕ ਕਿਸੇ ਤੋਂ ਨਾ ਕਟੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ। ਆਓ ਤੇਗ ਨਾਲ ਗਤੀ ਜਿੰਨੇ ਕੀਤੀ ਸ਼ੇਰ ਦੀ, ਹਾਂ ਤੇਗ ਨਾਲ ਗਤੀ ਜਿੰਨੇ ਕੀਤੀ ਸ਼ੇਰ ਦੀ, ਤੇਰੇ ਉੱਤੇ ਕਰ ਦੇ ਜੇ ਨਿਗਾਹ ਮੇਰ ਦੀ, ਤੇਰੇ ਉੱਤੇ ਕਰ ਦੇ ਜੇ ਨਿਗਾਹ ਮੇਰ ਦੀ। ਉਹ 40 ਦਿਨ ਜਾਵੇ ਨਾਮ ਰਟੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ, ਤੇਰੇ ਉੱਤੇ ਆ ਗਈ ਸਾੜ ਸਤੀ ਰਾਜਿਆ। ਬਹੁਤ ਸਾਰਾ ਮਾਣ ਸਤਿਕਾਰ ਗੁਰੂ ਕੀਆਂ ਸੰਗਤਾਂ ਵੱਲੋਂ ਪਹੁੰਚਿਆ। ਕੁਝ ਜ਼ਰੂਰੀ ਅਰਦਾਸੇ ਨੇ। ਗਿੱਲ ਫਰਨੀਚਰ ਹਾਊਸ ਪੂਰਨਪੁਰ ਤੋਂ ਵੀਰ ਜੀ ਹੋਣਾ ਵੱਲੋਂ ਬੇਅੰਤ ਮਾਣ ਪਹੁੰਚਾ, ਧੰਨਵਾਦ ਕਰਦਾ ਹੈ। ਸਰਦਾਰ ਹਰਜੋਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਜੋ ਭਾਵਨਾ ਕਰਕੇ ਪਰਿਵਾਰ ਨੇ ਅਰਦਾਸ ਕਰਵਾਈ ਹੈ, ਦਾਤਾ ਜੀ ਸदैव ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਾਡੇ ਪਰਮ ਮੰਤਰ ਸਰਦਾਰ ਗੁਰਦੀਪ ਸਿੰਘ ਜੀ ਮਾਨਕ, ਉਹਨਾਂ ਵੱਲੋਂ 500 ਦਾ ਬੜਾ ਗੁਰੂ ਇਤਿਹਾਸ ਦਾ ਮਾਣ ਕੀਤਾ ਗਿਆ, ਧੰਨਵਾਦ ਕਰਦਾ ਹਾਂ। ਕਵੀਸ਼ਰ ਸਰਦਾਰ ਪ੍ਰਗਟ ਸਿੰਘ ਜੀ, ਉਹਨਾਂ ਵੱਲੋਂ ਮਾਣ ਪਹੁੰਚਿਆ ਹੈ। ਸਰਦਾਰ ਦਿਲਬਾਗ ਸਿੰਘ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਪਹੁੰਚਿਆ ਹੈ। ਸਤਿਕਾਰਯੋਗ ਭੈਣ ਜੀ ਇੰਦਰਜੀਤ ਕੌਰ ਖਾਲਸਾ ਜੀ, ਉਹਨਾਂ ਵੱਲੋਂ ਬੇਅੰਤ ਮਾਣ ਸਤਿਕਾਰ ਪਹੁੰਚਿਆ ਹੈ। ਹੋਰ ਬੇਅੰਤ ਸਿੰਘ ਸੰਗਤਾਂ ਵੱਲੋਂ ਕਦਰ ਕੀਤੀ ਗਈ ਹੈ। ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ। ਸਾਰੀ ਸੰਗਤ ਆਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪੰਡਤ ਕਹਿ ਰਿਹਾ ਬਾਦਸ਼ਾਹ ਨੂੰ, ਜਹਾਂਗੀਰ ਤੇਰਾ ਰਾਜ ਮੂਧਾ ਹੋਣ ਵਾਲਾ ਹੈ, ਤੇਰੇ ਰਾਜ ਵਿੱਚ ਫੁੱਟ ਪੈ ਗਈ ਹੈ, ਬਗਾਵਤ ਹੋ ਰਹੀ ਹੈ, ਤੇਰੀ ਜ਼ਿੰਦਗੀ ਦੀ ਗਿਣਤੀ ਪੁੱਠੀ ਸ਼ੁਰੂ ਹੋ ਗਈ ਹੈ, ਤੇਰੇ ਉੱਪਰ ਸਾੜ ਸਤੀ ਆ ਗਈ ਹੈ। ਜਹਾਂਗੀਰ ਕਹਿੰਦਾ ਕਿਵੇਂ ਟਲੇਗੀ? ਤੇ ਉਹ ਪੰਡਤ ਕਹਿੰਦਾ ਇਹਦਾ ਉਪਾਅ ਕੀ ਹੈ? ਜਿਹਨੇ ਸ਼ੇਰ ਦੀ ਗਤੀ ਕੀਤੀ ਹੈ। ਇਸ਼ਾਰਾ ਹੈ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ 40 ਦਿਨ ਤਪ ਕਰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ। ਦਾਤਾ ਜੀ ਹੱਸੇ, ਕਹਿੰਦੇ ਬਾਦਸ਼ਾਹ ਸਾੜ ਸਤੀ ਤੇਰੇ ਉੱਪਰ ਨਹੀਂ, ਸਾੜ ਸਤੀ ਕਿਸੇ ਹੋਰ ਦੇ ਉੱਪਰ ਹੈ। ਸਮਾਂ ਹੁਣ ਤੇ ਉਹਨੂੰ ਵੀ ਦੱਸ ਦਵਾਂਗੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤਪ ਕਰਨ ਵਾਸਤੇ ਚੱਲੇ। ਚੰਦੂ ਨੇ ਉਸ ਵਕਤ ਆਖਿਆ ਗਵਾਲੀਅਰ ਦੇ ਕਿਲੇ ਦੀ ਚੋਣ ਕੀਤੀ ਜਾਵੇ। ਗਵਾਲੀਅਰ ਦੇ ਕਿਲੇ ਅੰਦਰ ਜਿਹੜੇ ਦਰੋਗੇ ਨੇ ਉਹ ਚੰਦੂ ਦੇ ਜਾਣਨਹਾਰ ਨੇ। ਚੰਦੂ ਉਹਨਾਂ ਨੂੰ ਜਾਣਦਾ ਹੈ। ਇਹੋ ਜਿਹਾ ਵੀ ਕੰਮ ਚੰਦੂ ਨੇ ਕਰਾਉਣਾ ਹੋਇਆ, ਦਰੋਗੇ ਕਰਨ ਵਾਸਤੇ ਤਿਆਰ ਬੈਠੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਏ। ਉਹ ਜੇਲ੍ਹ ਨਾ ਰਹੀ, ਉਹ ਬਕੁੰਠ ਬਣ ਗਈ, ਉਹ ਸੱਚਖੰਡ ਬਣ ਗਿਆ। ਜਿੱਥੇ ਆਪ ਗੁਰੂ ਹਾਜ਼ਰ ਨਾਜ਼ਰ ਹੋਵੇ ਉਹ ਜਗ੍ਹਾ ਆਮ ਨਹੀਂ ਹੁੰਦੀ, ਉਹ ਜਗ੍ਹਾ ਖਾਸ ਬਣ ਜਾਂਦੀ ਹੈ, ਮਹਾਨ ਬਣ ਜਾਂਦੀ ਹੈ। ਦਾਤਾ ਜੀ ਨੇ ਲਾਈ ਹੈ ਸਮਾਧੀ। 2 ਵਕਤ ਦੀਵਾਨ ਸਜਾਉਂਦੇ ਨੇ ਔਰ ਜੇਲ੍ਹ ਦੇ ਅੰਦਰ ਜਿੰਨੇ ਵੀ ਕੈਦੀ ਸਨ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨ ਭੌਰੇ ਬਣ ਗਏ। ਇੱਥੇ ਜਹਾਂਗੀਰ ਦੀ ਬਗਾਵਤ ਕਰਨ ਵਾਲੇ 22 ਧਾਰ ਦੇ ਰਾਜੇ, 52 ਰਾਜੇ, ਉਹ ਵੀ ਜੇਲ੍ਹ ਦੇ ਅੰਦਰ ਹੈ। ਜਿਸ ਵਕਤ ਜਹਾਂਗੀਰ ਨੇ ਬਾਗੀ ਖੁਸਰੋ ਦੀਆਂ ਅੱਖਾਂ ਕੱਢ ਦਿੱਤੀਆਂ, ਜੇਲ੍ਹ ਵਿੱਚ ਦੇ ਦਿੱਤਾ, ਮੌਤ ਦੇ ਕਾਂਟੇ ਉਤਾਰ ਦਿੱਤਾ। ਆਪਣੇ ਪੁੱਤ ਦੀ ਮੌਤ ਦੀ ਖਬਰ ਨਾ ਸਹਾਰ ਸਕੀ ਉਹਦੀ ਮਾਂ ਯੋਧਾ ਬਾਈ, ਉਹ ਖੁਦਕੁਸ਼ੀ ਕਰ ਲੈਂਦੀ ਹੈ, ਸੰਸਾਰ ਤੋਂ ਚਲੀ ਗਈ। ਜਦ ਯੋਧਾ ਬਾਈ ਸੰਸਾਰ ਤੋਂ ਚਲੀ ਗਈ, ਉਹਦੇ ਭਰਾਵਾਂ ਦੇ ਅੰਦਰ ਬਗਾਵਤ ਪੈਦਾ ਹੋਈ। ਜਹਾਂਗੀਰ ਦੇ ਵਿਰੁੱਧ ਉੱਠ ਖਲੋਤੇ ਤਾਂ ਉਸ ਵਕਤ ਜਹਾਂਗੀਰ ਨੇ ਉਹਨਾਂ ਦੀ ਬਗਾਵਤ ਨੂੰ ਦਬੋਚਣ ਵਾਸਤੇ ਉਹਨਾਂ ਰਾਜਿਆਂ ਨੂੰ ਨਰਕਾਂ ਵਰਗੀ ਕੈਦ, ਨਰਕਾਂ ਵਰਗੀ ਸਜ਼ਾ ਗਵਾਲੀਅਰ ਦੇ ਕਿਲੇ ਦੇ ਵਿੱਚ ਸੁਣਾ ਦਿੱਤੀ ਹੈ। ਇਧਰ ਚੰਦੂ ਵਿਉਂਤਾ ਸੋਚਦਾ ਹੈ। ਉਹਨੇ ਇੱਕ ਦਿਨ ਬੜੀ ਮਹਿੰਗੀ ਪੋਸ਼ਾਕ ਖਰੀਦੀ ਹੈ ਜਿਹੜੀ ਮਹਾਰਾਜਿਆਂ ਦੇ ਪਾਉਣ ਵਾਲੀ ਹੁੰਦੀ ਹੈ। ਉਸ ਪੋਸ਼ਾਕ ਨੂੰ ਯਾਰ ਦੀ ਪੁੱਠ ਚਾੜੀ ਗਈ ਹੈ, ਨਾਲ ਇੱਕ ਯਾਰ ਦੀ ਪੁੜੀ ਲਈ ਹੈ। ਔਰ ਜੇਲ੍ਹ ਦਾ ਦਰੋਗਾ ਹੈ ਜਿਹੜਾ, ਗਵਾਲੀਅਰ ਦੇ ਕਿਲੇ ਦਾ ਦਰੋਗਾ ਹੈ ਜਿਹੜਾ ਹਰੀਦਾਸ, ਉਹਦੇ ਹੱਥਾਂ ਵਿੱਚ ਪੋਸ਼ਾਕ ਦੇ ਕੇ, ਉਹਦੇ ਹੱਥਾਂ ਵਿੱਚ ਯਾਰ ਦੀ ਪੁੜੀ ਦੇ ਕੇ ਆਖਿਆ ਆਹ ਪੁੜੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਸ਼ਾਦੇ ਵਿੱਚ ਰਲਾ ਦੇਣੀ ਹੈ। ਆ ਯਾਰ ਗੁਰੂ ਹਰਗੋਬਿੰਦ ਸਾਹਿਬ ਦੇ ਖਾਣੇ ਵਿੱਚ ਰਲਾ ਦੇਣਾ ਹੈ। ਜੇ ਇਹ ਦਾਣਾ ਚੱਲੇ ਫਿਰ ਇਹ ਪੋਸ਼ਾਕ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾ ਦੇਣੀ। ਹਰੀਦਾਸਾ ਇਹ ਪੋਸ਼ਾਕ ਨੂੰ ਚਾੜੀ ਹੋਈ ਹੈ ਯਾਰ ਦੀ ਪੁੱਠ। ਜਿਹੜਾ ਵੀ ਬੰਦਾ 3-4 ਮਿੰਟ ਪਹਿਨ ਲੈਂਦਾ ਉਹਦਾ ਸਰੀਰ ਫੁੱਟ ਜਾਂਦਾ। ਵੇਖੋ ਪਾਪੀ ਆਪਣੇ ਪਰਦਾਂ ਤੇ ਪਾਪ ਪਾਉਣ ਦਾ ਮਾਰਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਉੱਪਰ ਵਿੜੀਆਂ ਚੜ ਰਿਹਾ ਹੈ।
ਪਰ ਹਰੀਦਾਸ ਗੁਰੂ ਦਾ ਚਰਨ ਭੌਰਾ ਬਣ ਗਿਆ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੈਠਦਾ ਹੈ, ਗੁਰੂ ਸਾਹਿਬ ਦੇ ਕ੍ਰਾਂਤੀਕਾਰੀ ਇਨਕਲਾਬੀ ਵਿਚਾਰ ਸੁਣਦਾ ਹੈ, ਬਾਬੇ ਨਾਨਕ ਦੀ ਕਰਦੀ ਅਜ਼ਮਤ ਜਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿ ਸੁਣਾਉਂਦੇ ਆ ਤੇ ਹਰੀਦਾਸ ਦਾ ਮਨ ਵੀ ਗੁਰੂ ਦੇ ਚਰਨਾਂ ਦੇ ਉੱਪਰ ਝੁਕਦਾ ਹੈ। ਉਹ ਲਿਆ ਕੇ ਪੋਸ਼ਾਕ ਯਾਰ ਦੀ ਪੁੜੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਖੇ ਰੱਖੇ। ਉਸ ਵਕਤ ਹਰੀਦਾਸ ਨੇ ਆਖਿਆ, ਦਾਤਾ ਡੀਓ ਇਹ ਸਾਰਾ ਕੁਝ ਚੰਦੂ ਨੇ ਕਰਾਇਆ ਹੈ, ਕੋਈ ਸਾੜ ਸਤੀ ਨਹੀਂ ਆਈ ਬਾਦਸ਼ਾਹ ਦੇ ਉੱਪਰ, ਤੁਹਾਨੂੰ ਮਰਾਉਣ ਵਾਸਤੇ ਇੱਥੇ ਭੇਜਿਆ ਗਿਆ। ਦਾਤਾ ਜੀ ਆ ਚੰਦੂ ਨੇ ਯਾਰ ਭੇਜਿਆ ਹੈ, ਆ ਪੋਸ਼ਾਕ ਭੇਜੀ ਹੈ, ਇਹ ਚੰਦੂ ਪਾਪੀ ਵਿੜੀਆਂ ਚਾ ਰਿਹਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਰੀਦਾਸ ਦਰੋਗਾ ਮੁਹੱਬਤ ਦੇ ਕੇਰ ਕੇ ਹੰਝੂ ਆ ਕੁਝ ਕਹਿੰਦਾ। ਹੱਥ ਜੋੜ ਕੇ ਹਰੀਦਾਸ ਨੇ ਅਰਜ ਗੁਜ਼ਾਰੀ ਐ, ਖੋਲ ਸੁਣਾਵਾ ਨੀਤੀ ਮੈਂ ਚੰਦੂ ਦੀ ਸਾਰੀ ਐ, ਖੋਲ ਸੁਣਾਵਾ ਨੀਤੀ ਮੈਂ ਚੰਦੂ ਦੀ ਸਾਰੀ ਐ। ਉਹ ਜ਼ੁਲਮ ਕਮਾਉਣੋਂ ਹਾਲਾਂ ਵੀ ਪਾਪੀ ਨਾ ਪਾਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ। ਹੱਥ ਜੋੜ ਕੇ ਹਰੀਦਾਸ ਨੇ ਅਰਜ ਗੁਜ਼ਾਰੀ ਐ, ਖੋਲ ਸੁਣਾਈ ਨੀਤੀ ਜੋ ਚੰਦੂ ਦੀ ਸਾਰੀ ਐ, ਖੋਲ ਸੁਣਾਈ ਨੀਤੀ ਜੋ ਚੰਦੂ ਦੀ ਸਾਰੀ ਐ। ਉਹ ਜ਼ੁਲਮ ਕਮਾਉਣੋਂ ਹਾਲਾਂ ਵੀ ਪਾਪੀ ਨਾ ਪਾਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ। ਸ਼ਹੀਦ ਕਰਾਇਆ ਇਸਨੇ ਹੱਥੀ ਪੰਜਵੇਂ ਸਤਿਗੁਰ ਨੂੰ, ਲੋਹਾਂ ਉੱਪਰ ਬਿਠਾਇਆ ਇਸਨੇ ਪੰਜਵੇਂ ਸਤਿਗੁਰ ਨੂੰ, ਲੋਹਾਂ ਉੱਪਰ ਬਿਠਾਇਆ ਇਸਨੇ ਪੰਜਵੇਂ ਸਤਿਗੁਰ ਨੂੰ। ਉਹ ਸਿੱਖ ਜਗਤ ਦਾ ਸਾਰਾ ਇਸ ਨੂੰ ਫਿਟਕਾ ਪਾਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ। ਉਹ ਜਹਾਂਗੀਰ ਨੂੰ ਇਸ ਪਾਪੀ ਭਰਮਾਂ ਵਿੱਚ ਪਾਇਆ ਜੇ, ਵੱਡੀ ਦੇ ਕੇ ਪੰਡਤ ਨੂੰ ਇਸ ਆਪ ਸਿਖਾਇਆ ਜੇ, ਵੱਡੀ ਦੇ ਕੇ ਪੰਡਤ ਨੂੰ ਇਸ ਆਪ ਸਿਖਾਇਆ ਜੇ। ਉਹ ਜਹਾਂਗੀਰ ਨੂੰ ਉਂਗਲਾਂ ਉੱਤੇ ਨਿੱਤ ਟਪਾਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ। ਉਹ ਵੱਡੀ ਦੇਣੀ ਚਾਹੁੰਦਾ ਜੇ ਮੈਨੂੰ ਪਰਮਾਵਣ ਲਈ, ਵਿੱਚ ਕੈਦ ਦੇ ਪਾਇਆ ਤੁਹਾਨੂੰ ਮਾਰ ਮਕਾਵਣ ਲਈ, ਵਿੱਚ ਕੈਦ ਦੇ ਪਾਇਆ ਤੁਹਾਨੂੰ ਮਾਰ ਮਕਾਵਣ ਲਈ। ਉਹ ਖਾਣੇ ਦੇ ਵਿੱਚ ਪਾਉਣ ਲਈ ਪਾਪੀ ਜ਼ਹਿਰ ਘਲਾਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ। ਉਹ ਕਿੱਡੀ ਸੋਹਣੀ ਉਸਨੇ ਇੱਕ ਪੋਸ਼ਾਕ ਕਲਾਈ ਐ, ਇਸ ਦੀਆਂ ਤਣੀਆਂ ਦੇ ਵਿੱਚ ਉਸਨੇ ਜ਼ਹਿਰ ਮਲਾਈ ਐ, ਇਸ ਦੀਆਂ ਤਣੀਆਂ ਦੇ ਵਿੱਚ ਉਸਨੇ ਜ਼ਹਿਰ ਮਲਾਈ ਐ। ਉਹ ਮਰ ਜਾਂਦਾ ਓ ਬੰਦਾ ਜਿਹੜਾ ਇਸ ਨੂੰ ਭਾਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ। ਹੱਸ ਪੈ ਸਤਿਗੁਰ ਛੇਵੇਂ ਸੁਣ ਕੇ ਤਾਰੇ ਚੰਦੂ ਦੇ, ਦਿਨ ਰਹਿ ਗਏ ਨੇ ਥੋੜੇ ਇਸ ਹਥਿਆਰੇ ਚੰਦੂ ਦੇ, ਦਿਨ ਰਹਿ ਗਏ ਨੇ ਥੋੜੇ ਇਸ ਹਥਿਆਰੇ ਚੰਦੂ ਦੇ। ਉਹ ਜਰਨੈਲ ਸਿੰਘਾ ਜਗ ਬੰਦਾ ਦੂਜੀ ਵਾਰ ਨਾ ਆਉਂਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ, ਚੰਦੂ ਤੁਹਾਨੂੰ ਦਾਤਾ ਜੀ ਮਰਵਾਉਣਾ ਚਾਹੁੰਦਾ ਜੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਅੰਦਰ ਉਹ ਪੋਸ਼ਾਕ ਤੇ ਯਾਰ ਦੀ ਪੁੜੀ ਰੱਖ ਕੇ ਹਰੀਦਾਸ ਦਰੋਗੇ ਨੇ ਬੇਨਤੀ ਕੀਤੀ, ਦਾਤਾ ਜੀ ਇਹ ਸਾਰਾ ਕੁਝ ਚੰਦੂ ਕਰਵਾ ਰਿਹਾ ਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਖਿਆ, ਹਰੀਦਾਸਾ ਹੁਣ ਚੰਦੂ ਦੀ ਵਾਰੀ ਹੈ, ਚੰਦੂ ਦਾ ਕਾਲ ਹੀ ਸਾਨੂੰ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਤੇ ਦਿੱਲੀ ਤੋਂ ਗਵਾਲੀਅਰ ਲੈ ਕੇ ਆਇਆ ਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜਿਹੜੇ ਸਿੱਖ ਸਨ ਉਹਨਾਂ ਨੇ ਬੇਨਤੀ ਕੀਤੀ, ਦਾਤਾ ਜੀਓ ਅੱਜ ਤੋਂ ਆਪਾਂ ਜਿਹੜਾ ਬਾਦਸ਼ਾਹ 100 ਰੁਪਇਆ ਰੋਜ਼ ਦਾ ਘੱਲਦਾ ਹੈ ਲੰਗਰ ਤਿਆਰ ਕਰਨ ਵਾਸਤੇ ਉਹ ਮਨਾ ਕਰ ਦਿਓ। ਅਸੀਂ ਬਾਹਰ ਦੁਕਾਨਾਂ ਦੇ ਉੱਪਰ ਜਾਂਦੇ ਆ,
ਕੰਮ ਕਰਕੇ ਕਿਰਤ ਕਰਕੇ ਜੋ ਸਾਨੂੰ ਮਜ਼ਦੂਰੀ ਮਿਲੇਗੀ ਉਹਦਾ ਆਪਾਂ ਜੇਲ੍ਹ ਦੇ ਅੰਦਰ ਕਿਲੇ ਦੇ ਅੰਦਰ ਲੰਗਰ ਤਿਆਰ ਕਰਿਆ ਕਰਾਂਗੇ। ਭਾਈ ਜੇਠਾ ਜੀ ਵਰਗੇ ਪ੍ਰਾਣਾ ਜੀ ਵਰਗੇ ਸਿੱਖ ਸਾਰਾ ਦਿਨ ਹੀ ਦੁਕਾਨਾਂ ਤੇ ਕੰਮ ਕਰਦੇ ਨੇ। ਸ਼ਾਮਾਂ ਦੇ ਵਕਤ ਜੋ ਮਾਇਆ ਮਿਲਦੀ ਹੈ ਉਹ ਮਾਇਆ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਪਿਤ ਕਰਕੇ ਗੁਰੂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ। ਉਧਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੰਗਤਾਂ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਨੂੰ ਲੋਚਦੀਆਂ ਨੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਚਲਦੇ ਚਲਦੇ ਦਿੱਲੀ ਪਹੁੰਚੇ। ਦਿੱਲੀੋਂ ਪਤਾ ਚੱਲਿਆ ਗੁਰੂ ਸਾਹਿਬ ਗਵਾਲੀਅਰ ਹੈ। ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਪਹੁੰਚੇ। ਬਾਜ਼ਾਰ ਵਿੱਚ ਤੱਕਿਆ ਲੋਹੇ ਦੀਆਂ ਦੁਕਾਨਾਂ ਤੇ ਕੰਮ ਕਰਦੇ ਹੋਏ ਸਿੱਖਾਂ ਨੂੰ, ਤੇ ਨਾਲ ਹੀ ਬਾਬਾ ਬੁੱਢਾ ਸਾਹਿਬ ਨੇ ਆਖਿਆ ਕਾਫੀ ਸਮਾਂ ਹੋ ਗਿਆ ਹੈ, ਸੰਗਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦੀਦ ਦਰਸ਼ਨਾਂ ਦੀ ਤਲਬ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਯਾਦ ਕਰ ਰਹੀਆਂ ਨੇ। ਬਾਬਾ ਬੁੱਢਾ ਸਾਹਿਬ ਨੇ ਆਖਿਆ ਕੋਈ ਵਿਧੀ ਵਰਤੀ ਜਾਵੇ। ਰਾਤ ਵਿਖੇ ਸਿੱਖ ਪੇਸ਼ ਧਾਰਦੇ ਨੇ ਸ਼ੇਰਾਂ ਦਾ। ਜਹਾਂਗੀਰ ਦੇ ਮਨ ਅੰਦਰ ਡਰ ਪੈਦਾ ਕੀਤਾ ਜਾਂਦਾ ਹੈ। ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਬਾਬਾ ਬਲਕਾਰ ਸਿੰਘ ਸਾਹਿਬ ਜੀ ਪੰਜ ਗਰਾਈਆਂ ਵਾਲੇ ਸਟੇਜ ਦੇ ਉੱਪਰ ਚੜ੍ਹਦੀ ਕਲਾਂ ਦੇ ਸਿੱਖਾਂ ਦੇ ਨਾਲ ਪਹੁੰਚੇ ਹੋਏ ਨੇ। ਮੈਂ ਸਤਿਕਾਰ ਕਰਦਾ ਹਾਂ, ਜੀਆਂ ਨੂੰ ਆਖਦਾ ਆਓ ਸਾਰੇ ਹੀ ਸੰਗਤ ਸਤਿਪੁਰਖਾਂ ਦੀ ਆਮਦ ਤੇ ਆਪਾਂ ਚੜ੍ਹਦੀ ਕਲਾ ਨਾਲ ਜਕਾਰਾ ਗਜਾ ਕੇ ਉਹਨਾਂ ਦਾ ਸਵਾਗਤ ਕਰੀਏ ਜੀ। ਬੋਲੇ ਜੀ ਆਇਆਂ ਨੂੰ ਸਦਕੇ ਆਇਆਂ ਨੂੰ ਮਹਾਂਪੁਰਖਾਂ ਦਾ ਮੈਂ ਧੰਨਵਾਦ ਕਰਦਾ ਖਾਂ। ਸਰਦਾਰ ਸ਼ੇਰ ਸਿੰਘ ਜੀ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਮਾਇਆ ਅਰਦਾਸ ਹੋਈ ਹੈ। ਵਾਹਿਗੁਰੂ ਜੀ ਭਾਵਨਾ ਨੂੰ ਪਾਗ ਲਾਉਣ। ਹੋਰ ਬੇਅੰਤ ਸੰਗਤਾਂ ਵੱਲੋਂ ਮਾਣ ਪਹੁੰਚਾ। ਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸਿੱਖ ਪੇਸ਼ ਧਾਰਦੇ ਨੇ। ਜਹਾਂਗੀਰ ਦੇ ਮਨ ਅੰਦਰ ਡਰ ਪੈਦਾ ਕੀਤਾ ਗਿਆ। ਉਧਰੋਂ ਲਾਹੌਰ ਦੀ ਧਰਤੀ ਤੋਂ ਚੱਲਿਆ ਸਾਈ ਮੀਆਂ ਮੀਰ ਉਹ ਦਿੱਲੀ ਦੀ ਧਰਤੀ ਤੇ ਪਹੁੰਚਾ ਹੈ। ਸਮੇਂ ਦੇ ਬਾਦਸ਼ਾਹ ਦੇ ਅੱਗੇ ਬੇਨਤੀ ਕਰਦਾ ਹੈ, ਬਾਦਸ਼ਾਹ ਮੇਰੇ ਅੱਲਾ ਮੇਰੇ ਪਾਤਸ਼ਾਹ ਨੂੰ ਕਿਉਂ ਤੁਸਾਂ ਨੇ ਗਵਾਲੀਅਰ ਭੇਜਿਆ ਕਿਲੇ ਅੰਦਰ? ਉਹਨਾਂ ਦੀ ਰਿਹਾਈ ਦੇ ਦਸਤਕ ਜਾਰੀ ਕਰੋ। ਹੁਣੇ ਭੇਜਿਆ ਵਜ਼ੀਰ ਖਾਨ ਨੂੰ ਗਵਾਲੀਅਰ ਦੇ ਕਿਲੇ ਅੰਦਰ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਦਾਤਾ ਜੀ ਤੁਹਾਡੀ ਰਿਹਾਈ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੁਰਨ ਲੱਗੇ ਗਵਾਲੀਅਰ ਦੇ ਕਿਲੇ ਵਿੱਚੋਂ। ਉਹ 52 ਰਾਜੇ ਅਗਲਵੰਡੀ ਹੋਏ ਗੁਰੂ ਦੇ ਚਰਨਾਂ ਤੇ ਨੱਕ ਰਗੜਦੇ। ਉਹ ਦਾਤਾ ਜੀ ਜੇ ਦਿਨ ਦੇ ਜੇਲ੍ਹ ਵਿੱਚ ਆਏ, ਇੱਥੇ ਬਕੁੰਠ ਬਣ ਗਿਆ, ਇੱਥੇ ਸਵਰਗ ਬਣ ਗਿਆ, ਕਿਰਪਾ ਕਰੋ ਸਾਡੇ ਗਲ ਵਿੱਚੋਂ ਵੀ ਗੁਲਾਮੀ ਦਾ ਤੌਕ ਲਾ ਦਿੱਤਾ ਜਾਵੇ, ਸਾਨੂੰ ਵੀ ਆਜ਼ਾਦੀ ਦਿਵਾਈ ਜਾਵੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਉਹ 52 ਰਾਜੇ ਰੋ ਰੋ ਕੇ ਦਿਲ ਦੀ ਵੇਦਨਾ ਆਇਓ ਕਹਿੰਦੇ। ਸਤਿਗੁਰ ਦੇ ਜਾਵਣ ਦਾ ਪਤਾ ਸੀ ਜਦ ਰਾਜਾਂ ਨੂੰ ਲੱਗਾ। ਸਭ ਟੋਲਾ ਰਾਜਾਂ ਦਾ ਨੈਣੋਂ ਨੀਰ ਵਹਾਵਣ ਲੱਗਾ। ਰਹਿਮ ਕਮਾਇਓ ਸਾਨੂੰ ਕਰਮਾਂ ਮਾਰਿਆਂ ਨੂੰ, ਛੱਡ ਕੇ ਨਾ ਸਤਿਗੁਰ ਜੀ ਜਾਇਓ। ਦੁੱਖ ਸਾਨੂੰ ਭੁੱਲ ਗਏ ਜਰਸੀ ਦਰਸ਼ ਤੁਸਾਂ ਦਾ ਪਾਇਆ। ਤੁਹਾਡੇ ਕੋਮਲ ਚਰਨਾਂ ਨੇ ਨਰਕਾਂ ਵਿੱਚ ਸਵਰਗ ਬਣਾਇਆ। ਅੰਤਰਯਾਮੀ ਸਾਡੇ ਕਰਮਾਂ ਮਾਰਿਆਂ ਦੇ ਦਾਤਾ ਲਾ ਦੇ ਗਲੋਂ ਗੁਲਾਮੀ। ਹੁਣ ਤੇਰੇ ਬਾਝੋਂ ਜੀ ਸਾਡੀ ਬਾਹ ਫੜੇਗਾ ਕਿਹੜਾ? ਵਿੱਚ ਘੁੰਮਣ ਘੇਰੀ ਦੇ ਫਸ ਗਿਆ ਜਿੰਦ ਸਾਡੀ ਦਾ ਬੇੜਾ। ਪਾਰ ਲੰਘਾਇਓ ਸਾਨੂੰ ਕਰਮਾਂ ਮਾਰਿਆਂ ਨੂੰ, ਛੱਡ ਕੇ ਨਾ ਸਤਿਗੁਰ ਜੀ ਜਾਇਓ। ਸਮਾਤ ਸਲਖਣੀ ਨੂੰ ਤਾਰਿਆ ਨਿਗਾਹ ਮੇਰ ਦੀ ਕਰਕੇ। ਸਤ ਪੁੱਤਰ ਬਖਸ਼ ਦਿੱਤੇ ਜਿਹੜੀ ਇੱਕ ਪੁੱਤਰ ਨੂੰ ਤਰਸੇ ਹੋਈ ਹੈਰਾਨੀ। ਸਾਡੇ ਕਰਮਾਂ ਮਾਰਿਆਂ ਦੇ ਦਾਤਾ ਲਾ ਦੇ ਗਲੋਂ ਗੁਲਾਮੀ। ਇਹ ਜ਼ਾਲਮ ਹਾਕਮ ਜੋਰ ਤਾਂ ਨਹੀਂ ਤਰਸੀ ਅਸਾਂ ਤੇ ਕਰਦੇ। ਵਿੱਚ ਪਈ ਕੇ ਕੈਦਾਂ ਦੇ ਅਸੀਂ ਨਾ ਹੁਣ ਜਿਉਂਦੇ ਨਾ ਮਰਦੇ। ਗਲੇ ਲਗਾਇਓ ਸਾਨੂੰ ਕਰਮਾਂ ਮਾਰਿਆਂ ਨੂੰ, ਛੱਡ ਕੇ ਨਾ ਸਤਿਗੁਰ ਜੀ ਜਾਇਓ। ਜਿਉਂ ਬਾਬੇ ਨਾਨਕ ਨੇ ਪਾਪੀ ਬਾਬਰ ਨੂੰ ਸਮਝਾਇਆ ਵੀ ਚੱਕੀ ਬਾਬਰ ਦੀ ਕੈਦੀ ਲੋਕਾਂ ਤਾਈਂ ਛੁਡਾਇਆ ਕਰ ਕੁਰਬਾਨੀ। ਸਾਡੇ ਕਰਮਾਂ ਮਾਰਿਆਂ ਦੇ ਦਾਤਾ ਲਾ ਦੇ ਗਲੋਂ ਗੁਲਾਮੀ। ਜੇ ਤੁਸਾਂ ਛਡਾਇਆ ਨਾ, ਜੇ ਤੁਸਾਂ ਛਡਾਇਆ ਨਾ ਸਾਨੂੰ ਕਿਸੇ ਨਹੀਂ ਹੋਰ ਛਡਾਉਣਾ। ਬਿਨ ਤੇਰੇ ਦਾਤਾ ਜੀ ਸਾਡਾ ਕਿਸੇ ਨਹੀਂ ਦਰਦ ਵੰਡਾਉਣਾ। ਨਾ ਤਰਸਾਇਓ ਸਾਨੂੰ ਕਰਮਾਂ ਮਾਰਿਆਂ ਨੂੰ, ਛੱਡ ਕੇ ਨਾ ਸਤਿਗੁਰ ਜੀ ਜਾਇਓ। ਅਸੀਂ ਮਾਲਕ ਤਖਤਾਂ ਦੇ
ਰੱਬ ਨੇ ਵਿੱਚ ਵਕਤ ਦੇ ਪਾਏ ਜਰਨੈਲ ਕਵੀਸ਼ਰ ਗਏ ਸ਼ਾਹਾਂ ਕੋਲੋਂ ਭੀਖ ਮੰਗਾਏ ਕੁਦਰਤ ਰਾਣੀ ਸਾਡੇ ਕਰਮਾਂ ਮਾਰਿਆਂ ਨੇ ਦਾਤਾ ਲਾ ਦੇ ਗਲੋਂ ਗੁਲਾਮੀ ਰਾਣਿਆਂ ਨੇ ਪੁਕਾਰ ਕੀਤੀ ਬੇਨਤੀ ਕੀਤੀ ਬਾਦਸ਼ਾਹ ਅੱਗੇ ਗੱਲ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੀ 52 ਕਲੀਆਂ ਵਾਲਾ ਚੋਲਾ ਪਹਿਨਿਆ ਦਾਤੇ ਨੇ 52 ਰਾਜੇ ਨੂੰ ਰਿਹਾ ਕਰਾ ਕੇ ਦਿੱਲੀ ਦੀ ਧਰਤੀ ਤੇ ਪਹੁੰਚੇ ਸਤਿਗੁਰ ਦੇ ਹੱਥ ਵਿੱਚ ਇੱਕ ਮਾਲਾ ਸੀ ਜਹਾਂਗੀਰ ਨੇ ਆਖਿਆ ਦਾਤਾ ਮੇਰੀ ਖਾਤਰ ਤਪ ਕੀਤਾ ਹੈ ਇਸ ਮਾਲਾ ਵਿਚਲਾ ਮਣਕਾ ਮੈਨੂੰ ਦੇ ਦਿੱਤਾ ਜਾਵੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਜਹਾਂਗੀਰ ਇਹ ਮਣਕੇ ਦੀ ਗੱਲ ਕਰਦਾ ਤੈਨੂੰ ਸਾਰੀ ਮਾਲਾ ਹੀ ਦੇ ਦਿੰਨੇ ਆ ਪਰ ਉਹ ਮਾਲਾ ਤੇਰੇ ਦੀਵਾਨ ਚੰਦੂ ਦੇ ਘਰ ਵਿੱਚ ਹੈ ਜਦ ਇੱਕ ਇਸ਼ਾਰਾ ਕੀਤਾ ਚੰਦੂ ਸੜਬਲ ਕੇ ਕੋਲੇ ਹੋ ਗਿਆ ਭਾਈ ਵਿਧੀ ਚੰਦ ਨੂੰ ਹੁਕਮ ਹੋਇਆ ਘਰ ਪਹੁੰਚਿਆ ਚੰਦੂ ਦੇ ਰਹਿਣ ਬਸੇਰੇ ਵਿੱਚ ਉਹ ਮਾਲਾ ਲੈ ਆਇਆ ਜਿਹੜੀ ਮਾਲਾ ਚੰਦੂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਵਕਤ ਗੁਰੂ ਸਾਹਿਬ ਦੇ ਗਲ ਵਿੱਚ ਉਤਾਰੀ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਖਿਆ ਵੇਖ ਦੁਸ਼ਟ ਕਿਵੇਂ ਝੂਠ ਬੋਲ ਰਿਹਾ ਤੇ ਜਹਾਂਗੀਰ ਨੇ ਆਖਿਆ ਸਾਰਾ ਪਾਪ ਕਮਾਉਣ ਵਾਲਾ ਹੀ ਚੰਦੂ ਹੈ ਇਸ਼ਾਰਾ ਹੋ ਗਿਆ ਫਿਰ ਸਿੱਖਾਂ ਨੇ ਟਾਲਿਆ ਭਾਈ ਜੇਠੇ ਨੇ ਇਹਦੇ ਨੱਕ ਵਿੱਚ ਨੱਥ ਪਾ ਲਈ ਆਓ ਤੱਕੀਏ ਕਿਵੇਂ ਚੰਦੂ ਦੇ ਨੱਕ ਵਿੱਚ ਨੱਥ ਪਾ ਕੇ ਦਿੱਲੀੋਂ ਅੰਮ੍ਰਿਤਸਰੋਂ ਤਰਨਤਾਰਨ ਸਾਹਿਬ ਤੋਂ ਲਾਹੌਰ ਗਲੀ ਗਲੀ ਘੁਮਾਇਆ ਗਿਆ ਆਇਆ ਗੁਰਦਿੱਤੇ ਪੜਪੂੰਜੇ ਦਾ ਘਰ ਪਤਾ ਚੱਲਿਆ ਦੋਖੀ ਚੰਦੂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਹੀ ਕੜਛਾ ਲੈ ਕੇ ਘਰ ਵਿੱਚੋਂ ਵਧਿਆ ਹੈ ਉਹੀ ਕੜਛਾ ਦੀ ਦੇ ਨਾਲ ਗੁਰੂ ਅਰਜਨ ਸਾਹਿਬ ਦੇ ਸੀਸ ਵਿੱਚ ਰੇਤਾ ਪਾਈ ਸੀ ਉਹ ਕੜਛੇ ਦਾ ਭਰਮਾ ਵਾਰ ਚੰਦੂ ਦੇ ਸਿਰ ਵਿੱਚ ਕੀਤਾ ਪਾਪੀ ਨੂੰ ਨਰਕਾਂ ਵਰਗੀ ਮੌਤ ਗੁਰੂ ਦਿਆਂ ਸਿੱਖਾਂ ਨੇ ਐਉਂ ਦਿੱਤੀ ਬੀਜਾ ਜੋ ਪੈਂਦਾ ਵੱਢਣਾ ਦਾਨੇ ਫਰਮਾਉਂਦੇ ਨੇ ਭੁੱਲ ਕੇ ਰੱਬ ਪਾਪੀ ਬੰਦੇ ਪਾਪ ਕਮਾਉਂਦੇ ਨੇ ਆਖਰ ਨੂੰ ਵੇਖੇ ਸਾਰੇ ਲੋਕਾਂ ਪਛਤਾਉਂਦੇ ਨੇ ਅੰਨੇ ਸੀ ਹੋਏ ਜਿਹੜੇ ਨਾਲ ਹੰਕਾਰ ਦੇ ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਚੰਦੂ ਦੇ ਮਾਰਦੇ ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਕਿਵੇਂ ਗੁਰ ਪੰਜਵੇਂ ਉੱਤੇ ਜ਼ੁਲਮ ਕਮਾਇਆ ਤੂੰ ਦੇਗਾਂ ਦੇ ਵਿੱਚ ਰਿੰਨ ਕੇ ਲੋਹਾਂ ਤੇ ਭਾਇਆ ਤੂੰ ਸਰਦਾ ਸੀ ਰੇਤਾ ਕਿਵੇਂ ਸੀਸ ਤੇ ਪਾਇਆ ਤੂੰ ਕੀਤਾ ਏ ਜ਼ੁਲਮ ਪਾਪੀਆ ਭੁੱਲ ਕੇ ਕਰਤਾਰ ਨੂੰ ਮਾਰ ਲਈ ਨੱਥ ਗੁਰਾਂ ਨੇ ਚੰਦੂ ਬਦਕਾਰ ਨੂੰ ਫੇਰ ਦੇ ਵਿੱਚ ਬਾਜ਼ਾਰਾਂ ਕੀਤਾ ਏ ਕਹਿਰ ਪਾਪੀਆ ਹੋ ਕੇ ਤੇ ਅੰਨੇ ਤੂੰ ਕਹਿ ਜੋ ਮੀਆਂ ਮੀਰ ਨੇ ਵਚਨ ਨਹੀਂ ਮੰਨੇ ਤੂੰ ਪਾਪ ਕਮਾਵਣ ਵੱਲੋਂ ਟੱਪ ਗਿਆ ਹੱਦ ਬੰਨੇ ਤੂੰ ਡੋਬ ਲਈ ਬੇੜੀ ਹੱਥੀ ਵਿੱਚ ਮੰਝ ਧਾਰ ਦੇ ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਚੰਦੂ ਦੇ ਮਾਰ ਦੇ ਫੇਰ ਦੇ ਵਿੱਚ ਬਾਜ਼ਾਰਾਂ ਉਹ ਛੱਡ ਕੇ ਤੇ ਦਿੱਲੀ ਸਤਿਗੁਰ ਤੁਰ ਪਏ ਪੰਜਾਬ ਨੂੰ ਵਿਧੀ ਜਨ ਜੇਠੇ ਫੜਿਆ ਚੰਦੂ ਜਲਾਦ ਨੂੰ ਮਾਰ ਕੇ ਜੁੱਤੀਆਂ ਸਿਰ ਵਿੱਚ ਪਾਤਾ ਹੈ ਰਾਤ ਨੂੰ ਸੁਣਦਾ ਨਾ ਕੋਈ ਉਸ ਦੀ ਹਾਲ ਪੁਕਾਰ ਨੂੰ ਮਾਰ ਲਈ ਨੱਥ ਗੁਰਾਂ ਨੇ ਚੰਦੂ ਬਦਕਾਰ ਨੂੰ ਫੇਰ ਦੇ ਵਿੱਚ ਬਾਜ਼ਾਰਾਂ ਚੰਦੂ ਨੂੰ ਫੜ ਸਰਕਾਰਾਂ ਅੰਮ੍ਰਿਤਸਰ ਆਈਆਂ ਨੇ ਦਰਸ਼ਨ ਨੂੰ ਦੂਰ ਦੂਰ ਤੋਂ ਸੰਗਤਾਂ ਉੱਠ ਤਾਈਆਂ ਨੇ ਦਿੰਦੇ ਇੱਕ ਦੂਜੇ ਤਾਈ ਮਿਲ ਕੇ ਵਧਾਈਆਂ ਨੇ ਕਰਦੇ ਫਿਰ ਦੀਪ ਮਾਲਾ ਵਿੱਚ ਦਰਬਾਰ ਦੇ ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਚੰਦੂ ਦੇ ਮਾਰਦੇ ਫੇਰ ਦੇ ਵਿੱਚ ਬਾਜ਼ਾਰਾਂ ਉਹ ਇਥੋਂ ਫਿਰ ਲੈ ਪਾਪੀ ਨੂੰ ਅੱਗੇ ਵੱਲ ਤੁਰਦੇ ਆਏ ਫੁਰਨੇ ਦਿਲ ਗੁਰ ਸਿੱਖਾਂ ਦੇ ਗੁੱਸੇ ਦੇ ਫੁਰਦੇ ਆ ਵੇਖ ਕੇ ਚੰਦੂ ਵਰਗੇ ਵਿੱਚੋਂ ਵਿੱਚ ਝੁਰਦੇ ਆ ਜਿੱਥੇ ਸੀ ਜਿੱਥੇ ਤਸੀਹੇ ਪੰਜਵੇਂ ਅਵਤਾਰ ਨੂੰ ਮਾਰ ਲਈ ਨੱਥ ਗੁਰਾਂ ਨੇ ਚੰਦੂ ਬਦਕਾਰ ਨੂੰ ਫੇਰ ਦੇ ਵਿੱਚ ਬਾਜ਼ਾਰਾਂ ਜਿਹੜੀ ਥਾਂ ਕਦੇ ਚੰਦੂ ਨੇ ਰੱਬ ਬੁਲਾਇਆ ਸੀ ਦੇਣਾ ਅੱਜ ਲੇਖਾ ਉਸ ਥਾਂ ਉਸ ਨੂੰ ਆਇਆ ਸੀ ਹੱਟੀਆਂ ਤੋਂ ਕੌਡੀ ਕੌਡੀ ਉਸ ਨੂੰ ਮੰਗਵਾਇਆ ਸੀ ਢਹਿ ਗਏ ਅੱਜ ਬੁਰਜ ਜਾਪਦੇ ਉਸਰੇ ਹੰਕਾਰ ਦੇ ਗਿਣ ਗਿਣ ਸਿੱਖ ਜੁੱਤੀਆਂ ਸਿਰ ਵਿੱਚ ਚੰਦੂ ਦੇ ਮਾਰਦੇ ਫੇਰ ਦੇ ਵਿੱਚ ਬਾਜ਼ਾਰਾਂ ਉਹ ਪਾ ਕੇ ਤੇ ਗਲ ਪਾਪੀ ਦੇ ਸ਼ਿਕਰਾਂ ਦਾ ਹਾਰ ਜੀ ਫੇਰ ਲੈ ਜਦੋਂ ਚੰਦੂ ਨੂੰ ਸਾਰੇ ਬਾਜ਼ਾਰ ਜੀ
ਪਹੁੰਚੇ ਗੁਰਦਿੱਤੇ ਕੋਲੇ ਆਖਰ ਦੀ ਵਾਰ ਜੀ ਰੱਖਦਾ ਜਰਨੈਲ ਸਿੰਘਾ ਜੋ ਪਿਛਲੀ ਦਿਲ ਖਾਰ ਨੂੰ ਮਾਰ ਲਈ ਨੱਥ ਗੁਰਾਂ ਨੇ ਚੰਦੂ ਬਦਕਾਰ ਨੂੰ ਫੇਰ ਦੇ ਵਿੱਚ ਬਾਜ਼ਾਰਾਂ। ਇਸ ਤਰੀਕੇ ਨਾਲ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦਾ ਬਦਲਾ ਚੰਦੂ ਦੁਸ਼ਟ ਨੂੰ ਸੋਧ ਕੇ ਗੁਰੂ ਨੇ ਲਿਆ। ਸੋ ਸਮਾਂ ਸਮਾਪਤ ਹੈ। ਸਮੂਹੀ ਸੰਪਰਦਾਵਾ ਵਾਲੇ ਮਹਾਂਪੁਰਖਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਸਤਿਕਾਰਯੋਗ ਗਿਆਨੀ ਮੇਜਰ ਸਿੰਘ ਜੀ, ਮੇਰੇ ਸਾਥੀ ਕਰਮਜੀਤ ਸਿੰਘ ਜੀ ਦੇ ਫਾਦਰ ਸਾਹਿਬ, ਉਹਨਾਂ ਵੱਲੋਂ ਦੁਬਾਰਾ ਮਾਇਆ ਪਹੁੰਚੀ, ਧੰਨਵਾਦ ਕਰਦਾ ਹਾਂ। ਸਾਰੇ ਹੀ ਸੰਗਤ ਦਾ ਧੰਨਵਾਦ। ਤੁਹਾਡੇ ਇਕੱਠ ਅੱਗੇ, ਤੁਹਾਡੀ ਮੁਹੱਬਤ ਅੱਗੇ ਸਾਡਾ ਸੀਸ ਝੁਕਦਾ। ਬੜੀ ਵੱਡੀ ਗਿਣਤੀ ਅੰਦਰ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਵਾਸਤੇ ਆਪ ਜੀ ਪਹੁੰਚੇ ਹੋ, ਧੰਨਵਾਦ ਕਰਦਾ ਹੈ। ਜਥੇਦਾਰ ਬਾਬਾ ਬਚਨ ਸਿੰਘ ਸਾਹਿਬ ਜੀ ਹੋਣਾ ਦਾ, ਜਥੇਦਾਰ ਬਾਬਾ ਬਲਜਿੰਦਰ ਸਿੰਘ ਸਾਹਿਬ ਜੀ ਹੋਣਾ ਦਾ ਧੰਨਵਾਦ। ਜਥੇਦਾਰ ਬਾਬਾ ਗੁਰਜੰਟ ਸਿੰਘ ਸਾਹਿਬ ਜੀ ਹੋਣਾ ਦਾ ਧੰਨਵਾਦ ਕਰਦਾ, ਜਿਨ੍ਹਾਂ ਦੇ ਹੁਕਮ ਸਦਕਾ ਆਪ ਜੀ ਦੇ ਦਰਸ਼ਨਦਾਰ ਹੋਏ। ਗਿਆਨੀ ਹਰਦੀਪ ਸਿੰਘ ਜੀ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਸਟੇਜ ਸਕੱਤਰ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਜੀ ਐਮਏ ਸਾਹਿਬ, ਉਹ ਆਪਣੀ ਮਿਸਾਲ ਆਪਨੇ ਸਟੇਜ ਦਾ ਸੰਚਾਲਨ ਕਰ ਰਹੇ ਨੇ। ਅਗਲਾ ਸਮਾਂ ਤੁਸੀਂ ਉਹਨਾਂ ਤੋਂ ਸਰਵਣ ਕਰੋ। ਹੋਈ ਭੁੱਲ ਚੁੱਕ ਦੀ ਖਿਮਾ। ਤੁਹਾਡਾ ਆਪਣਾ ਕਵੀਸ਼ਰੀ ਜਥਾ ਵਰਿਆਮ ਸਿੰਘ, ਪਿੰਡ ਵੱਡੇ ਸਭਰਾ, ਤਰਨਤਾਰਨ ਸਾਹਿਬ। ਨਾਲ ਦੇ ਸਾਥੀ ਕਰਮਜੀਤ ਸਿੰਘ ਕਲੇਰ, ਜਰਨੈਲ ਸਿੰਘ, ਜੋਬਨ ਸਿੰਘ, ਪਿੰਡ ਜੌੜ ਸਿੰਘ ਵਾਲਾ, ਤਰਨਤਾਰਨ ਸਾਹਿਬ। ਹੋਈ ਭੁੱਲ ਚੁੱਕ ਦੀ ਖਿਮਾ। ਸਾਰੀਆਂ ਹੀ ਸੰਗਤਾਂ ਨੂੰ ਜੀ ਆਇਆਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਕੋਟਨ ਕੋਟ ਧੰਨਵਾਦ। ਮੁਹੱਬਤ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।